ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਿ ਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉद्धਦ ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਏਕੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਵਾਜ ਚਬਰ ਤਖ਼ਤ ਦੇ ਮਾਲਕ ਜੁਗੋ ਜੁਗ ਅਟਲ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਸਾਹਿਬ ਜੀ ਦੀ ਕਿਰਪਾ ਬਖਸ਼ਿਸ਼ ਹੋਈ ਹੈ। ਸ਼ਾਮ ਦੇ ਸਮੇਂ ਦੀਆਂ ਸਤਸੰਗ ਘੜੀਆਂ ਸਤਿਗੁਰਾਂ ਨੇ ਬਖਸ਼ਿਸ਼ ਕੀਤੀਆਂ। ਸਤਿਗੁਰੂ ਦੇ ਦਰ ਘਰ ਦੀ ਹਾਜ਼ਰੀ ਭਰਦਿਆਂ ਹੋਇਆਂ ਮਾਈ ਭਾਈ ਗੁਰੂ ਕਾ ਸੋਹਣਾ ਸੁੰਦਰ ਇਤਿਹਾਸ ਸਰਵਣ ਕਰਕੇ ਆਪਣੇ ਜੀਵਨ ਨੂੰ ਸਫਲ ਕਰ ਰਹੇ ਹੋ। ਬਹੁਤ ਹੀ ਸਤਿਕਾਰਯੋਗ ਸ੍ਰੀਮਾਨ ਕਵੀ ਸੰਤ ਰੇਣ ਪ੍ਰੇਮ ਸਿੰਘ ਜੀ ਤਰੇਹਣ ਬੰਸ, ਉਹਨਾਂ ਦੁਆਰਾ ਰਚਿਤ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥ ਜੋ ਦਸਾਂ ਪਾਤਸ਼ਾਹੀਆਂ ਦਾ ਸੋਹਣਾ ਸੁੰਦਰ ਇਤਿਹਾਸ ਛੰਦਾਬੰਦੀ ਅੰਦਰ ਦਰਜ ਕੀਤਾ ਹੈ। ਲੜੀਵਾਰ ਆਪ ਜੀ ਸਰਵਣ ਕਰ ਰਹੇ ਹੋ। ਲੜੀ ਤਹਿਤ ਜੋ ਪੰਜਵੇਂ ਮਹੱਲੇ ਦੀ ਕਥਾ ਦੀ ਸੰਪੂਰਨਤਾ ਤੋਂ ਬਾਅਦ ਛੇਵੇਂ ਮਹੱਲੇ ਦੀ ਕਥਾ ਕੱਲ ਆਰੰਭ ਹੋਈ ਕਿ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹੀਦੀ ਤੋਂ ਉਪਰੰਤ ਫਿਰ ਜਦੋਂ ਤਖ਼ਤ ਤੇ ਬੈਠੇ ਹਨ, ਸੋਹਣੀਆਂ ਸੁੰਦਰ ਜੋ ਤਲਵਾਰਾਂ ਹਨ ਸਤਿਗੁਰੂ ਸੱਚੇ ਪਾਤਸ਼ਾਹ ਦੇ ਕੋਲ ਭੇਟਾ ਹੋਈਆਂ। ਜਿਹੜੇ ਮਸੰਦ ਸਨ ਸੇਲੀ ਟੋਪੀ ਇਤਿਆਦਿਕ ਜੋ ਲੈ ਕੇ ਆਏ ਉਹ ਸਤਿਗੁਰੂ ਜੀ ਨੇ ਪਹਿਲੇ ਗੁਰੂਆਂ ਦੀ ਅੰਸ ਵੰਸ ਨੂੰ ਸੌਂਪ ਦਿੱਤਾ ਸਭ ਕੁਝ। ਮਹਾਰਾਜ ਕਹਿਣ ਲੱਗੇ ਕਿ ਹੁਣ ਸਮਾਂ ਸ਼ਸਤਰ ਧਾਰੀ ਹੋਣਾ ਹੈ ਤੇ ਜਿਹੜੇ ਦੁਸ਼ਟ ਨੇ ਉਹਨਾਂ ਦਾ ਨਾਸ਼ ਕਰਨਾ ਹੈ। ਤੁਸੀਂ ਸਭ ਜਾਣਦੇ ਹੀ ਹੋ। ਮਹਾਰਾਜ ਜੀ ਕਹਿੰਦੇ ਵੀ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੂੰ ਦੇਖੋ ਕਿਸ ਤਰ੍ਹਾਂ ਸ਼ਹੀਦ ਕੀਤਾ। ਇਹ ਤੁਰਕਾਂ ਦੇ ਰਾਜ ਵਿੱਚ ਹੁਣ ਜ਼ੁਲਮ ਬਹੁਤ ਵੱਧ ਗਏ ਹਨ। ਤਾਂ ਜਦੋਂ ਉਹ ਦੋ ਤਲਵਾਰਾਂ ਲਿਆ ਕੇ ਸਤਿਗੁਰੂ ਅੱਗੇ ਤੋਸ਼ੇਖਾਨੇ ਦੇ ਵਿੱਚੋਂ ਗੁਰਸਿੱਖ ਨੇ ਰੱਖੀਆਂ ਨੇ, ਕਬਜੇ ਜਿਨੋਂ ਸੁਨਹਿਰੀ ਰੂਰੇ ਹੀਰੇ ਪੰਨੇ ਜਿਨ ਮਹਿ ਪੂਰੇ। ਪਿਖ ਸ੍ਰੀ ਸਤਿਗੁਰ ਮਨ ਹਰਖਾਏ, ਕਹਿਓ ਬੁੱਢਾ ਜੀ
ਮੋਹੇ ਗਰ ਪਾਏ। ਬਾਬਾ ਬੁੱਢਾ ਜੀ ਨੂੰ ਕਿਹਾ, ਬਾਬਾ ਜੀ ਇਹ ਹੁਣ ਸਾਡੇ ਗਲ ਪਾ ਦਿਓ, ਭਾਵ ਗਾਤਰੇ ਸਹਿ ਤੋਂ ਵੱਡੀਆਂ ਤਲਵਾਰਾਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਪਹਿਨਾਉਣ ਦੇ ਵਾਸਤੇ ਬਾਬਾ ਬੁੱਢਾ ਜੀ ਨੂੰ ਕਿਹਾ। ਆਓ ਅੱਗੇ ਪ੍ਰੇਮ ਸਤਿਕਾਰ ਨਾਲ ਕਥਾ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੁਨ ਆਇਸ ਬ੍ਰਿਧ ਜੀ ਤਿਸ ਕਾਲ। ਤਾਂ ਆਗਿਆ ਸੁਣ ਕੇ ਉਸ ਸਮੇਂ ਬਾਬਾ ਬੁੱਢਾ ਜੀ ਨੇ ਕਰ ਅਰਦਾਸ ਅਸਲੀਨ ਉਠਾਲ। ਅਰਦਾਸ ਕਰਕੇ ਇਸ ਤਰ੍ਹਾਂ ਉਹ ਸ੍ਰੀ ਸਾਹਿਬ ਨੂੰ ਕਿਰਪਾਨ ਨੂੰ ਉਠਾਇਆ ਹੈ। ਸਤਿਗੁਰ ਕੇ ਗਰ ਮੈਂ ਜਬ ਪਾਈ। ਜਦੋਂ ਗੁਰੂ ਸਾਹਿਬ ਜੀ ਦੇ ਗਲ ਗਾਤਰੇ ਸਮੇਤ ਤਲਵਾਰ ਪਾਈ ਹੈ। ਦਹਿਨ ਹਾਥ ਦਿਸ ਸੋ ਤਬ ਥਾਈ। ਤਾਂ ਉਹ ਸੱਜੇ ਪਾਸੇ ਸੱਜੇ ਹੱਥ ਨੂੰ ਜੋ ਹੈ ਸ੍ਰੀ ਸਾਹਿਬ ਪਹਿਨਾ ਦਿੱਤੀ। ਬ੍ਰਿਧ ਲਾਗਿਓ ਬਾਮੀ ਦਿਸ ਕਰਨੇ। ਤਾਂ ਫਿਰ ਬਾਬਾ ਬੁੱਢਾ ਜੀ ਉਸ ਤਲਵਾਰ ਨੂੰ ਕਿਰਪਾਨ ਨੂੰ ਖੱਬੇ ਪਾਸੇ ਕਰਨ ਲੱਗੇ ਹਨ। ਸ੍ਰੀ ਮੁਖ ਹੱਸ ਕਰ ਬਚਨ ਉਚਾਰਨੇ। ਤਾਂ ਸੁਭਾਏ ਮਨ ਮੁਖ ਤੋਂ ਸਤਿਗੁਰੂ ਜੀ ਹੱਸੇ ਤੇ ਬਚਨ ਕਹੇ। ਸ੍ਰੀ ਬੁੱਢਾ ਜੀ ਰਹਿਣ ਸੋ ਦੀਜੈ। ਕਹੇ ਬਾਬਾ ਬੁੱਢਾ ਜੀ ਹੁਣ ਇਸੇ ਤਰ੍ਹਾਂ ਹੀ ਇਸ ਨੂੰ ਰਹਿਣ ਦਿਓ। ਇਹੋ ਪੀਰੀ ਕੀ ਭਲੇ ਲਖੀਜੈ। ਇਹ ਭਲੀ ਪ੍ਰਕਾਰ ਜਾਣ ਲੋ ਕਿ ਇਹ ਪੀਰੀ ਦੀ ਹੋਵੇਗੀ। ਇਹ ਜਿਹੜੀ ਸੱਜੇ ਪਾਸੇ ਇਹ ਪੀਰੀ ਧਰਮ ਦੀ, ਜਿਹਨੇ ਸਾਰੇ ਪੀਰਾਂ ਦੀ ਪੀਰੀ ਨੂੰ ਆਪਣੇ ਹੇਠਾਂ ਕਰ ਲੈਣਾ, ਇਹ ਪੀਰੀ ਦੀ ਭਲੀ ਪ੍ਰਕਾਰ ਜਾਣ ਲੋ। ਅਬ ਦੁਤੀਆ ਖੰਡਾ ਪਹਿਨਾਵੋ। ਹੁਣ ਬਾਬਾ ਜੀ ਦੂਜਾ ਖੰਡਾ ਭਾਵ ਦੂਸਰੀ ਤਲਵਾਰ ਪਹਿਨਾਵੋ। ਸੋ ਮੀਰੀ ਕਾ ਭਲੇ ਲਖਾਵੋ। ਤੇ ਉਹ ਭਲੀ ਪ੍ਰਕਾਰ ਜਾਣ ਲੋ ਕਿ ਉਹ ਮੀਰੀ ਦੀ ਹੈ, ਪਾਤਸ਼ਾਹੀ ਦੀ ਹੈ, ਰਾਜ ਦੀ ਹੈ। ਸੁਣ ਕਰ ਸਭ ਦੀਵਾਨ ਹਰ ਖਾਏ। ਤਾਂ ਸੁਣ ਕੇ ਸਾਰੇ ਦੀਵਾਨ ਵਿੱਚ ਖੁਸ਼ੀ ਹੋਈ ਹੈ। ਦੁਤੀਓ ਖੰਡਾ ਗੁਰ ਗਰ ਪਾਏ। ਦੂਜਾ ਖੰਡਾ ਤਲਵਾਰ ਸਤਿਗੁਰੂ ਜੀ ਨੇ ਫਿਰ ਉਹ ਗਲ ਪਾਈ ਹੈ। ਪੀਰੀ ਮੀਰੀ ਜੁਗ ਤਬ ਧਾਰੀ। ਇਸ ਤਰ੍ਹਾਂ ਪੀਰੀ ਤੇ ਮੀਰੀ ਦੋਵੇਂ ਹੀ ਸਤਿਗੁਰਾਂ ਨੇ ਆਪਣੇ ਗਲ ਧਾਰਨ ਕਰ ਲਈਆਂ। ਸ੍ਰੀ ਹਰਿ ਗੋਬਿੰਦ ਜੀ ਬਲਕਾਰੀ। ਜੋ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਵੱਡੇ ਬਲ ਵਾਲੇ ਹਨ। ਉਠ ਸੰਗਤ ਸਭ ਭੇਟ ਚੜਾਈ। ਫਿਰ ਸਾਰੀਆਂ ਸੰਗਤਾਂ ਉੱਠੀਆਂ ਤੇ ਭੇਟਾ ਚੜਾਉਂਦੀਆਂ ਹਨ। ਲੱਗੇ ਅੰਬਾਰ ਅੰਤ ਨਹਿ ਆਈ। ਅੰਬਾਰ ਲਾਗੇ ਜਿਨ੍ਹਾਂ ਦਾ ਕੋਈ ਅੰਤ ਨਹੀਂ ਆਉਂਦਾ ਹੈ। ਹਰਖ ਸਭਨ ਕੇ ਮਨ ਤਬ ਭਇਓ। ਸਾਰਿਆਂ ਦੇ ਮਨ ਵਿੱਚ ਖੁਸ਼ੀ ਹੋਈ ਹੈ। ਸ਼ੋਕ ਸਭਨ ਕੇ ਮਨ ਤੇ ਗਇਓ। ਸਾਰਿਆਂ ਦੇ ਮਨ ਚੋਂ ਜਿਹੜਾ ਸ਼ੋਕ ਜਿਹਾ ਸੀ ਉਹ ਦੂਰ ਹੋ ਗਿਆ ਹੈ। ਤਬ ਗੁਰ ਉੱਠੇ ਸਭਨ ਲੈ ਸੰਗ। ਤਦ ਸਤਿਗੁਰੂ ਜੀ ਉੱਠੇ, ਸਭ ਨੂੰ ਨਾਲ ਲਿਆ ਹੈ। ਪੌਰ ਦਰਸ਼ਨੀ ਆਏ ਉਮੰਗ। ਦਰਸ਼ਨੀ ਡਿਉੜੀ ਤੇ ਆਏ ਹਨ ਉਤਸ਼ਾਹ ਦੇ ਨਾਲ। ਜਹਾਂ ਕੋਠੜੀ ਗ੍ਰੰਥ ਸੁਹਾਏ। ਹੁਣ ਆਪਾਂ ਜੋ ਦਰਸ਼ਨੀ ਡਿਉੜੀ ਹੈ, ਜੋ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ, ਉਹਨੂੰ ਦਰਸ਼ਨੀ ਡਿਉੜੀ ਕਹਿੰਦੇ ਆ। ਪਹਿਲਾਂ ਗੁਰਮੁਖੋ ਇਹ ਜਿੱਧਰੋਂ ਮਹਾਰਾਜ ਘਰੋਂ ਆਉਂਦੇ ਹੁੰਦੇ ਸੀ ਉਧਰ ਇੱਕ ਬਣੀ ਹੋਈ, ਉਹਨੂੰ ਮੁੱਖ ਦਰਸ਼ਨੀ ਡਿਉੜੀ ਕਿਹਾ ਜਾਂਦਾ ਹੁੰਦਾ ਸੀ।
ਜਿਹੜੀ ਕਿ ਜਦੋਂ ਆਪਾਂ ਵੇਖਦੇ ਹਾਂ ਜਿੱਧਰ 9ਵੇਂ ਪਾਤਸ਼ਾਹ ਮਹਾਰਾਜ ਜੀ ਦਾ ਅਸਥਾਨ ਹੈ ਤੇ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਹੋਰ 84 ਦੇ ਸਿੰਘ ਸ਼ਹੀਦਾਂ ਦਾ ਸਥਾਨ ਹੈ, ਉਸ ਪਾਸਿਓਂ ਉਹ ਫਿਰ ਮੁੱਖ ਡਿਉੜੀ ਇਹ ਪੁਰਾਤਨ ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਉਧਰ ਦੀ ਆਏ ਹਨ। ਜਹਾਂ ਕੋਠੜੀ ਗ੍ਰੰਥ ਸੁਹਾਏ, ਜਿੱਥੇ ਭਾਈ ਗੁਰੂ ਗ੍ਰੰਥ ਸਾਹਿਬ ਜੀ ਕੋਠਾ ਸਾਹਿਬ ਦੇ ਵਿੱਚ ਸੁਭਾਏ ਮਾਨ ਆਏ ਭਏ ਥਿਤ ਗੁਰ ਤਿਸ ਥਾਏ। ਸਤਿਗੁਰੂ ਜੀ ਉਸ ਸਥਾਨ ਤੇ ਆ ਗਏ ਹਨ। ਕਹਿਤ ਭਏ ਇਹੋ ਸ਼ੁਭ ਅਸਥਾਨ। ਗੁਰੂ ਮਹਾਰਾਜ ਕਹਿੰਦੇ ਭਾਈ ਇਹ ਜੋ ਸਥਾਨ ਹੈ ਇਹ ਬਹੁਤ ਸ਼ੁਭ ਹੈ। ਅਕਾਲ ਤਖਤ ਸ਼ੁਭ ਰਚੈ ਮਹਾਨ। ਹੁਣ ਇੱਥੇ ਸ੍ਰੀ ਅਕਾਲ ਤਖਤ ਸ਼ੁਭ ਜਿਹੜਾ ਮਹਾਨ ਉਹ ਰਚਿਆ ਜਾਵੇਗਾ। ਅਸ ਕਹਿ ਖਨਨੀ ਤਬ ਮੰਗਵਾਈ। ਇਸ ਤਰ੍ਹਾਂ ਕਹਿ ਕੇ ਸਤਿਗੁਰੂ ਜੀ ਨੇ ਖਨਨੀ ਕਹੀ ਉਸ ਸਮੇਂ ਮੰਗਵਾਈ ਹੈ। ਕਰ ਅਰਦਾਸ ਨਿਜ ਕਰ ਟਕ ਲਾਈ। ਤੇ ਅਰਦਾਸ ਕਰਕੇ ਆਪਣੇ ਹੱਥਾਂ ਨਾਲ ਸਤਿਗੁਰਾਂ ਨੇ ਟਕ ਲਾਇਆ ਹੈ। ਪੁਨ ਮਜੂਰ ਬਹੁ ਰਾਜ ਲਗਾਏ। ਫਿਰ ਭਾਈ ਬਹੁਤ ਮਜ਼ਦੂਰ ਤੇ ਰਾਜ ਮਿਸਤਰੀ ਲਾ ਕਰ ਨਕਸ਼ਾ ਭਲੀ ਭਾਤ ਦਿਖਲਾਏ। ਭਲੀ ਪ੍ਰਕਾਰ ਜੋ ਨਕਸ਼ਾ ਬਣਾ ਕੇ ਉਹਨਾਂ ਦਿਖਾ ਦਿੱਤਾ। ਕਾਰ ਲੱਗੀ ਤਬ ਮੰਦਰ ਭਾਰੀ। ਉਸ ਭਾਈ ਸਥਾਨ ਦੀ ਕਾਰ ਸੇਵਾ ਵੱਡੀ ਹੋਣ ਲੱਗੀ ਹੈ। ਪੁਨ ਸ੍ਰੀ ਸਤਿਗੁਰ ਕੀਨ ਉਚਾਰੀ। ਫਿਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਚਨ ਕਹੇ। ਚਾਹੋਂ ਦਿਸ ਮਹਿ ਮਸੰਦ ਜਹ ਭਾਰੀ। ਚਾਰੇ ਦਿਸ਼ਾਵਾਂ ਵਿੱਚ ਜਿੰਨੇ ਵੀ ਵੱਡੇ ਮਸੰਦ ਹਨ ਤਿਨ ਪਰ ਆਇਸ ਲਿਖੋ ਹਮਾਰੀ। ਉਹਨਾਂ ਨੂੰ ਭਾਈ ਸਾਡੇ ਹੁਕਮਨਾਮੇ ਲਿਖ ਦੇਵੋ। ਜੋ ਸਿੱਖ ਆਨਹਿ ਸ਼ਸਤਰ ਤੁਰੰਗ। ਕਿ ਜਿਹੜਾ ਵੀ ਕੋਈ ਸਿੱਖ ਸ਼ਸਤਰ ਤੇ ਘੋੜੇ ਲੈ ਕੇ ਆਵੇਗਾ ਹੋਏ ਖੁਸ਼ੀ ਗੁਰ ਕੀ ਸੁਖ ਸੰਗ। ਸੁੱਖਾਂ ਦੇ ਸਹਿਤ ਉਸ ਸਿੱਖ ਦੇ ਉੱਤੇ ਸਤਿਗੁਰਾਂ ਦੀਆਂ ਖੁਸ਼ੀਆਂ ਹੋਣਗੀਆਂ। ਸੁਨਤ ਲਿਖਾਰੀ ਕਾਗਦ ਲਿਖੇ। ਸੁਣ ਕਰਕੇ ਲਿਖਾਰੀ ਨੇ ਜੋ ਕਾਗਜ਼ ਉੱਤੇ ਹੁਕਮਨਾਮਾ ਲਿਖ ਦਿੱਤੇ। ਇਸ ਬਿਧ ਹੁਕਮ ਭਇਓ ਤਿਸ ਵਿਖੇ। ਤੇ ਉਹਦੇ ਵਿੱਚ ਇਸ ਤਰ੍ਹਾਂ ਸਤਿਗੁਰੂ ਜੀ ਦਾ ਹੁਕਮਨਾਮਾ ਜੋ ਬਚਨ ਗੁਰੂ ਸਾਹਿਬ ਵੱਲੋਂ ਕਹੇ ਉਹ ਲਿਖੇ ਹਨ। ਸ੍ਰੀ ਅਰਜਨ ਬੈਕੁੰਠ ਸਿਧਾਰੇ। ਕਿ ਭਾਈ ਗੁਰ ਸਿੱਖੋ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਬੈਕੁੰਠ ਨੂੰ ਗਏ ਹਨ। ਖਾਸਟਮ ਗੁਰੂ ਮਹਾਬਲ ਧਾਰੇ। ਹੁਣ 6ਵਾਂ ਸਤਿਗੁਰੂ ਜੋ ਹੈ ਬਹੁਤ ਵੱਡਾ ਬਲ ਧਾਰਿਆ ਹੈ। ਥਿਰ ਤਿੰਨ ਥਲ ਪਰ ਦਰਸ ਸੁਹਾਏ। ਜੋ 5ਵੇਂ ਪਾਤਸ਼ਾਹ ਜੀ ਦੀ ਜਗ੍ਹਾ ਬੈਠ ਕਰਕੇ ਜੋ ਭਾਈ ਸਾਰਿਆਂ ਨੂੰ ਸੁਭਾਏ ਦਰਸ਼ਨ ਦੇ ਕਰਕੇ ਸੋਭਨੀਕ ਕਰ ਰਹੇ ਨੇ। ਨੀਕੇ ਸ਼ਸਤਰ ਤੁਰੰਗ ਮੰਗਾਏ। ਤੋ 6ਵੇਂ ਪਾਤਸ਼ਾਹ ਨੇ ਸੋਹਣੇ ਸੁੰਦਰ ਚੰਗੇ ਚੰਗੇ ਸ਼ਸਤਰ ਔਰ ਘੋੜੇ ਮੰਗਵਾਏ ਹਨ। ਜੋ ਆਨਹਿ ਲਹਿ ਖੁਸ਼ੀ ਵਿਸਾਲਾ। ਜਿਹੜਾ ਵੀ ਕੋਈ ਘੋੜਾ ਤੇ ਸ਼ਸਤਰ ਕੋਈ ਚੰਗਾ ਲੈ ਕੇ ਆਵੇਗਾ ਉਹ ਸਤਿਗੁਰੂ ਦੀ ਵੱਡੀ ਖੁਸ਼ੀ ਪ੍ਰਾਪਤ ਕਰੇਗਾ। ਨਹਿ ਬਿਲ ਮੋਹ ਆਵਹੁ ਤਤ ਕਾਲਾ। ਇਸ ਕਰਕੇ ਭਾਈ ਦੇਰ ਨਹੀਂ ਲਾਉਣੀ। ਤੁਰੰਤ ਹੀ ਗੁਰਸਿੱਖ ਘੋੜੇ ਔਰ ਸ਼ਸਤਰ ਲੈ ਲੈ ਕੇ ਪਹੁੰਚੋ। ਪੂਰਬ ਪશ્ਚਿਮ ਉੱਤਰ ਦੱਖਣ। ਪੂਰਬ ਪશ્ਚਿਮ ਉੱਤਰ ਚਾਰੇ ਦਿਸ਼ਾਵਾਂ ਨੇ। ਇਹ ਚੌਹਾਂ ਹੀ ਭਾਵ ਦਿਸ਼ਾਵਾਂ ਵਿੱਚ ਭੇਜ ਦੀਨ ਬਹੁ ਮਨਜ ਵਿਚਖਣ।
ਜਿਹੜੇ ਭਾਈ ਚਤਰ ਸਿਆਣੇ ਮਨੁੱਖ ਸਨ ਗੁਰਸਿੱਖ, ਉਹ ਭੇਜ ਦਿੱਤੇ ਹਨ। ਪਹੁੰਚੇ ਹੁਕਮ ਨਾਮੇ ਸਭ ਥਾਨ, ਸਾਰੀਆਂ ਜਗ੍ਹਾ ਤੇ ਹੁਕਮਨਾਮੇ ਪਹੁੰਚ ਗਏ। ਪਾਠ ਮਸੰਦ ਸੁਧ ਕਰੀ ਬਖਾਨ, ਤਾਂ ਮਸੰਦਾਂ ਨੇ ਪੜ੍ਹ ਕਰਕੇ ਸਾਰੇ ਅੱਗੇ ਸਿੱਖਾਂ ਵਿੱਚ ਖਬਰ ਕਰ ਦਿੱਤੀ। ਸੁਣ ਸਿੱਖਨ ਨਿਜ ਗੁਰ ਕੀ ਕਾਰ, ਤਾਂ ਜਦੋਂ ਸਿੱਖਾਂ ਸੁਣਿਆ ਆਪਣੇ ਸਤਿਗੁਰੂ ਦੀ ਸੇਵਾ ਦੇ ਵਾਸਤੇ, ਖਰਚੈ ਦਰਬ ਲਹੈ ਹਥਿਆਰ, ਚੰਗਾ ਚੋਖਾ ਧਨ ਖਰਚ ਕੇ ਚੰਗੇ ਸ਼ਸਤਰ ਲੈਂਦੇ ਹਨ। ਚੰਚਲ ਅਸਬ ਮੋਲ ਬਹੁ ਲੀਏ, ਚੰਗੇ ਚੰਚਲ ਘੋੜੇ ਜਿਹੜੇ ਹੈ ਉਹ ਬਹੁਤ ਮੁੱਲ ਲੈ ਲਏ। ਗੁਰ ਪ੍ਰਸੰਨਤਾ ਚਾਹਤ ਕੀਏ, ਜੋ ਕਿ ਸਾਰੇ ਹੀ ਸਤਿਗੁਰੂ ਜੀ ਦੀ ਪ੍ਰਸੰਨਤਾ ਚਾਹੁੰਦੇ ਹਨ। ਜਹ ਕਹਿ ਕਰੀ ਖਰੀਦ ਵਿਸਾਲੇ, ਇਉਂ ਚਾਰੇ ਦਿਸ਼ਾਵਾਂ ਵਿੱਚ ਜਿੱਥੇ ਕਿੱਥੇ ਵੀ ਬਹੁਤ ਸ਼ਸਤਰਾਂ ਘੋੜਿਆਂ ਦੀ ਗੁਰਸਿੱਖਾਂ ਨੇ ਖਰੀਦ ਕੀਤੀ। ਸਭ ਦਿਸ ਤੇ ਦਰਸ਼ਨ ਹਿਤ ਚਾਲੇ, ਤੇ ਸਾਰੀਆਂ ਦਿਸ਼ਾਵਾਂ ਤੋਂ ਸਿੱਖ ਸ਼ਸਤਰ ਲੈ ਕੇ ਘੋੜੇ ਲੈ ਕੇ ਸਤਿਗੁਰੂ ਦੇ ਦਰਸ਼ਨਾਂ ਵਾਸਤੇ ਚੱਲ ਪਏ। ਧਨੀ ਮਸੰਦ ਬਿਲੰਦ ਅਗਾਰੀ, ਹੋਰ ਜਿਹੜੇ ਧਨੀ ਵੱਡੇ ਮਸੰਦ ਹਨ ਉਹ ਵੀ ਅੱਗੇ ਅੱਗੇ ਚੱਲੇ। ਗਮਨੇ ਸੰਗਤ ਸੰਗ ਪਿਛਾਰੀ, ਨਾਲ ਭਾਈ ਸੰਗਤਾਂ ਵੀ ਪਿੱਛੇ ਪਿੱਛੇ ਉਹਨਾਂ ਦੇ ਚੱਲ ਰਹੀਆਂ ਨੇ। ਇਤ ਭਾ ਤਿਆਰ ਸੋ ਤਖਤ ਅਕਾਲ, ਤੇ ਇਧਰ ਸ੍ਰੀ ਅਕਾਲ ਤਖਤ ਸਾਹਿਬ ਤਖਤ ਤਿਆਰ ਹੋ ਗਿਆ। ਸੰਗਤ ਸਭ ਦਿਸ ਤੇ ਆਏ ਤਾਲ, ਸਾਰੀਆਂ ਸੰਗਤਾਂ ਜਿਹੜੀਆਂ ਨੇ ਸਭ ਦਿਸ਼ਾਵਾਂ ਵੱਲੋਂ ਆ ਰਹੀਆਂ ਹਨ। ਭਈ ਸੁਧਾ ਸਰ ਭੀਰ ਵਿਸਾਲਾ, ਤੋ ਜੋ ਸ੍ਰੀ ਅੰਮ੍ਰਿਤਸਰ ਸਾਹਿਬ ਬਹੁਤ ਵੱਡਾ ਇਕੱਠ ਹੋਇਆ। ਹੋਵੇ ਸਤ ਸੰਗਤ, ਹੋਵੇ ਸਤ ਸੰਗਤ ਸਭ ਕਾਲਾ, ਤੋ ਸਾਰੇ ਸਮੇਂ ਸਤ ਸੰਗਤ ਹੁੰਦੀ ਹੈ। ਕਤਕ ਪੁੰਨਿਆ ਸ਼ੁਭ ਦਿਨ ਆਇਓ, ਤਾਂ ਕਤਕ ਦੀ ਪੂਰਨਮਾਸ਼ੀ ਦਾ ਸ਼ੁਭ ਦਿਹਾੜਾ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ, ਉਹ ਸ਼ੁਭ ਦਿਨ ਆਇਆ ਹੈ। ਆਸਾ ਵਾਰ ਭੋਗ ਤਵ ਪਾਇਓ, ਆਸਾ ਦੀ ਵਾਰ ਦਾ ਭੋਗ ਪਿਆ ਹੈ। ਹਰ ਮੰਦਰ ਤੇ ਨਿਕਸ ਕਿਰਪਾਲ, ਤੋ ਹਰਮੰਦਰ ਸਾਹਿਬ ਤੋਂ ਕਿਰਪਾਲੂ ਸਤਿਗੁਰੂ ਜੀ ਫਿਰ ਨਿਕਲੇ ਹਨ। ਆਵਤ ਭੇ ਦਿਸ ਤਖਤ ਅਕਾਲ, ਤੇ ਸ੍ਰੀ ਅਕਾਲ ਤਖਤ ਸਾਹਿਬ ਵੱਲ ਨੂੰ ਆ ਰਹੇ ਨੇ। ਗੁਰਨ ਨਾਮ ਲੈ ਬੰਧਨ ਕੀਨ, ਗੁਰੂ ਸਾਹਿਬ ਜੀ ਦਾ ਨਾਮ ਲੈ ਕਰਕੇ ਬੰਦਨਾ ਕੀਤੀ ਹੈ। ਚੜ ਗੁਰ ਬੀਰਾਸਨ ਆਸੀਨ, ਸਤਿਗੁਰੂ ਜੀ ਉਸ ਤਖਤ ਤੇ ਚੜ ਕਰਕੇ ਬੀਰ ਆਸਣ ਹੋ ਕੇ ਸਥਿਤ ਹੋ ਗਏ, ਟਿਕ ਗਏ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਦੇਖੋ, 6ਵੇਂ ਪਾਤਸ਼ਾਹ ਮਹਾਰਾਜ ਵਿਵਾਹਣ ਤੁਰੇ ਹੈ, ਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਪਹਿਲਾ ਦੀਵਾਨ 6ਵੇਂ ਪਾਤਸ਼ਾਹ ਨੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਕਾਤਕ ਦੀ ਪੂਰਨਮਾਸ਼ੀ ਨੂੰ ਲਾਇਆ। ਇਹ ਕਿਉਂਕਿ ਸਭ ਤੋਂ ਪਵਿੱਤਰ ਦਿਹਾੜਾ ਜਿਹੜਾ ਹੈ ਉਹ ਗਿਣਿਆ ਜਾਂਦਾ ਹੈ ਕਾਤਕ ਸੁਦੀ ਪੂਰਨਮਾਸ਼ੀ ਦਾ, ਜਿਸ ਦਿਨ ਆਪ ਨਰਾਇਣ ਨੇ ਕਲਾ ਧਾਰ ਕੇ ਆਪਣੀ ਜੋਤ ਨੂੰ ਆਦਿ ਗੁਰੂ ਦੇ ਰੂਪ ਵਿੱਚ ਪ੍ਰਗਟ ਕੀਤਾ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਰੂਪ ਵਿੱਚ ਜਗਤ ਦੇ ਭਲੇ ਵਾਸਤੇ ਗੁਰਮੁਖ ਕਾਲ ਵਿੱਚ ਪ੍ਰਗਟ ਹੋਆ। ਇਸ ਕਰਕੇ ਉਹ ਬਹੁਤ ਵੱਡਾ ਦਿਨ ਹੈ। ਤੇ ਜਦੋਂ ਆਪਾਂ ਇਤਿਹਾਸ ਪੜ੍ਹਿਆ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦਾ, ਉਦੋਂ ਵੀ ਇਹ ਵਿਚਾਰ ਆਈ। ਕਵੀ ਰਾਜ
ਭਾਈ ਸੰਤੋਖ ਸਿੰਘ ਜੀ ਨੇ ਤੇ ਰੰਗ ਹੀ ਬੰਨ੍ਹਤਾ ਉਹ ਸਮੇਂ ਦਾ ਕਿ ਇੰਨੀਆਂ ਫਸਲਾਂ ਹੋਈਆਂ ਉਸ ਸਾਲ, ਇੰਨੇ ਦਰਖਤਾਂ ਨੂੰ ਫਲ ਲੱਗੇ, ਭਰ ਗਏ ਦਰਖਤ, ਫੁੱਲ ਇਤਨੇ। ਫਿਰ ਉਸ ਸਾਲ ਜਿਹੜੀ ਹਵਾ ਸੀ ਉਹ ਵੀ ਠੰਡੀ ਔਰ ਨਿੰਮੀ ਚੱਲਦੀ ਰਹੀ। ਸਮੇਂ ਸਿਰ ਬਾਰਿਸ਼ਾਂ ਹੋਈਆਂ, ਜਦੋਂ ਲੋੜ ਸੀ ਬਾਰਿਸ਼ ਦੀ ਬਾਰਿਸ਼ ਹੋਈ, ਜਦੋਂ ਲੋੜ ਹਵਾ ਦੀ ਉਦੋਂ ਹਵਾ, ਜਦੋਂ ਖੁਸ਼ਕ ਮੌਸਮ ਦੀ ਲੋੜ ਖੁਸ਼ਕ। ਤੇ ਐਸੇ ਵੀ ਸਮੇਂ ਕਿ ਜਦੋਂ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਅਵਤਾਰ ਧਾਰਿਆ, ਜਿੰਨੇ ਵੀ ਸੰਸਾਰ ਦੇ ਵਿੱਚ ਕੋਈ ਬਾਲਕ ਜਨਮੇ ਉਹ ਸਾਰੇ ਬ੍ਰਹਮ ਗਿਆਨੀ ਹੋਏ। ਐਡਾ, ਕਿਉਂਕਿ ਕੁਦਰਤ ਜਦੋਂ ਕੋਈ ਵੀ ਦਿਹਾੜਾ ਹੁੰਦਾ ਹੈ ਨਾ, ਕਈ ਵੇਲੇ ਆਪ ਜੀ ਨਾਲ ਗੱਲ ਸਾਂਝੀ ਕੀਤੀ ਹੈ, ਉਸ ਦਿਨ ਕੁਦਰਤ ਬਹੁਤ ਅਨੁਕੂਲ ਹੁੰਦੀ ਹੈ। ਇਸ ਕਰਕੇ ਉਹਨੂੰ ਫਿਰ ਮਹਾਨ ਗਿਣਿਆ ਜਾਂਦਾ ਹੈ। ਉਸ ਦਿਨ ਕੋਈ ਆਪਾਂ satsang ਕਰੀਏ, ਭਜਨ ਕਰੀਏ, ਬੰਦਗੀ ਜਾਂ ਸੇਵਾ, ਉਹਦਾ ਫਲ ਆਮ ਨਾਲੋਂ ਕਈ ਗੁਣਾ ਵੱਧ ਮਿਲ ਜਾਂਦਾ ਹੈ, ਕਿਉਂਕਿ ਕੁਦਰਤ ਬਹੁਤ ਜ਼ਿਆਦਾ ਅਨੁਕੂਲ ਹੋ ਜਾਂਦੀ ਹੈ। ਕੁਦਰਤ ਕਰਤੇ ਦੀ ਹੋਈ ਇੱਕ ਕ੍ਰਿਤ ਹੈ ਨਾ, ਇਸ ਕਰਕੇ ਸਾਰੀ ਕੁਦਰਤ ਕਰਤੇ ਦੇ ਅਧੀਨ ਹੈ। ਤੇ ਜਿਸ ਦਿਨ ਗੁਰਮੁਖੋ ਕਰਤੇ ਪੁਰਖ ਦਾ ਕੋਈ ਸ਼ੁਭ ਦਿਹਾੜਾ ਹੋ ਤੇ ਉਹ ਫਿਰ ਉਹਨਾਂ ਦਿਨਾਂ ਦੇ ਵਿੱਚ ਬਹੁਤੀ। ਬਾਕੀ ਜਦੋਂ ਆਪਾਂ ਸਤਿਗੁਰੂ ਨਾਲ ਜੁੜੇ ਹੋਈਏ, ਜਿੰਨਾ ਕੋਈ ਗੁਰਮੁਖ ਗੁਰੂ ਸਾਹਿਬ ਨਾਲ ਜੁੜ ਜਾਂਦਾ, ਉਹਦੇ ਉਤਨਾ ਹੀ ਕੁਦਰਤ ਅਨੁਕੂਲ ਹੁੰਦੀ ਜਾਂਦੀ ਹੈ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਕਾਤਕ ਸੁਦੀ ਪੂਰਨਮਾਸ਼ੀ ਨੂੰ ਵੀਰ ਆਸਣ ਹੋ ਕਰਕੇ ਤਖਤ ਤੇ ਬੈਠ ਗਏ। ਬੈਠੇ ਸਤਿਗੁਰ ਤਖਤ ਸੁਹਾਵਤ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਤਖਤ ਤੇ ਬੈਠੇ ਸੋਭ ਰਹੇ ਨੇ। ਇੰਦਰਪੁਰੀ ਭਿਖ ਲੱਜਿਆ ਪਾਵਤ। ਇੰਨਾ ਸੋਹਣਾ ਸੁੰਦਰ ਮਾਹੌਲ ਹੈ ਕਿ ਇੰਦਰਪੁਰੀ ਵੀ ਵੇਖ ਕੇ ਸ਼ਰਮ ਪਾਉਂਦੀ ਹੈ ਕਿ ਇੰਨਾ ਤਾਂ ਸਾਡਾ ਵੀ ਦਰਬਾਰ ਨਹੀਂ ਸਜਦਾ, ਜਿੱਥੇ ਦੇਵਤੇ ਬੈਠੇ, ਇੰਦਰ ਉਹਨਾਂ ਦਾ ਰਾਜਾ ਬੈਠਾ ਹੈ। ਇਹ ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਦਰਬਾਰ ਹੀ ਹੈ ਜੋ ਸਭ ਤੋਂ ਵੱਧ ਸਜ ਰਿਹਾ ਹੈ। ਜੇਗਾ ਸੋ ਕਲਗੀ ਸੀਸ ਸੁਹਾਵਤ। ਫਿਰ ਜਿਗਾ ਔਰ ਕਲਗੀ ਉਹ ਮਹਾਰਾਜ ਦੇ ਸਿਰ ਸੀਸ ਉੱਤੇ ਸੋਭਦੀ ਹੈ। ਜੁਗ ਤਰਵਾਰ ਸੋ ਸੁਭਾ ਪਾਵਤ। ਦੋ ਤਲਵਾਰਾਂ ਪੈਂਦੀਆਂ ਨੇ ਜੋ ਬਹੁਤ ਸੋਭਾ ਪਾਉਂਦੀਆਂ ਹਨ। ਹਸਤ ਵਿਖੈ ਸਭ ਧਨਕ ਸੁਹਾਵੈ। ਹੱਥਾਂ ਦੇ ਵਿੱਚ ਸਭ ਦੀ ਜਗ੍ਹਾ ਤੇ ਸ਼ੁਭ। ਹਸਤ ਵਿਖੈ ਸ਼ੁਭ ਧਨਕ ਸੁਹਾਵੈ। ਚੰਗਾ ਭਾਈ ਸ਼ੁਭ ਧਨਕ ਸੋਭਦਾ ਹੈ। ਮੁਖ ਮੰਡਲ ਬੜ ਸ਼ੋਭਾ ਪਾਵੈ। ਸਤਿਗੁਰੂ ਜੀ ਦਾ ਜੋ ਮੁਖ ਮੰਡਲ ਹੈ, ਮੁਖ ਦੇ ਆਲੇ ਦੁਆਲੇ ਮੰਡਲਾਕਾਰ ਉਹ ਚੱਕਰ ਬੜੀ ਸ਼ੋਭਾ ਪਾ ਰਿਹਾ ਹੈ। ਚਿਹਰੇ ਦੀ ਆਭਾ ਪ੍ਰਕਾਸ਼ ਦੀ ਹੈ। ਭਇਓ ਹੁਕਮ ਸਭ ਸੰਗ ਤੇ ਆਵੈ। ਫਿਰ ਹੁਕਮ ਹੋ ਗਿਆ ਵੀ ਮਹਾਰਾਜ ਬਰਾਜ ਗਏ ਨੇ, ਆਓ ਭਾਈ ਹੁਣ ਸਾਰੀ ਸੰਗਤ ਆਜੋ। ਚਿਤ ਬਾਂਛਤ ਲੈ ਭੇਟ ਚੜਾਵੇ। ਜੋ ਵੀ ਚਿੱਤ ਦੀ ਇੱਛਾ ਹੈ ਉਹ ਲੈ ਕਰਕੇ ਜੋ ਭੇਟਾ ਮਹਾਰਾਜ ਨੂੰ ਚੜਾਵੋ। ਤਬ ਸੰਗ ਤੇ ਆਈ ਸਮਦਾਈ। ਤਦ ਭਾਈ ਸਾਰੀ ਸੰਗਤ ਆਈ ਹੈ। ਹੁਮ ਹੁਮਾਏ ਦਰਸ਼ਨ ਚਿਤ ਚਾਏ। ਹੁਮ ਹੁਮਾ ਕੇ ਪਹੁੰਚੀਆਂ ਸੰਗਤਾਂ ਜਿਨ੍ਹਾਂ ਦੇ ਚਿੱਤ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨ ਕਰਨ ਦਾ ਚਾਅ ਹੈ। ਮਹਾ ਭੀੜ ਭੀ ਚੌਂਕ ਮਝਾਰਾ। ਤੇ ਬਹੁਤ ਵੱਡਾ ਇਕੱਠ ਜਿਹੜਾ ਹੈ ਚੌਂਕ ਚਾਰੇ ਪਾਸੇ ਹੋ ਗਿਆ ਹੈ। ਭੇਟ ਚੜਾਵੇ ਵਾਰੋ ਵਾਰਾ। ਤੇ ਵਾਰੀ ਵਾਰੀ ਸੰਗਤਾਂ ਭੇਟਾ ਚੜਾ ਰਹੀਆਂ ਹਨ। ਬਸਤਰ ਭੂਖਨ ਅੰਤ ਨ ਪਾਰਾ। ਸੋਹਣੇ ਬਸਤਰ ਗਹਿਣੇ ਜਿਨ੍ਹਾਂ ਦਾ ਕੋਈ ਅੰਤ ਨਹੀਂ ਆ ਰਿਹਾ। ਬਹੁ ਸ਼ਸਤਰ ਜਿਨ ਤੀਖਨ ਧਾਰਾ। ਫਿਰ ਬਹੁਤ ਸ਼ਸਤਰ ਨੇ ਜਿਨ੍ਹਾਂ ਦੀਆਂ ਧਾਰਾਂ ਬੜੀਆਂ ਤਿੱਖੀਆਂ ਹਨ।
ਖੜਗ ਸਿਪਰ ਵਿਦ ਬਿਬੰਦ ਤੁਫੰਗਾ। ਕਿਰਪਾਨਾਂ ਨੇ ਤੇ ਢਾਲਾਂ ਹਨ। ਇਸ ਤਰ੍ਹਾਂ ਭਾਈ ਬੜੇ ਤਰ੍ਹਾਂ ਦੀਆਂ ਬਿਬਧ ਤੁਫੰਗਾ, ਤੁਫੰਗ ਨਾਮ ਬੰਦੂਕ ਇਤਿਆਦਿਕ ਦਾ ਹੈ। ਐਸਾ ਕੁਝ ਮਹਾਰਾਜ ਨੂੰ ਸੰਗਤਾਂ ਭੇਟ ਕਰ ਰਹੀਆਂ ਹਨ। ਚਪਲ ਬਲੀ ਤਨ ਰੁਚਰ ਤੁਰੰਗਾ। ਫਿਰ ਬੜੇ ਚੰਚਲ ਔਰ ਬਲੀ ਤਨ ਦੇ ਸੋਹਣੇ ਸੁੰਦਰ ਘੋੜੇ ਹਨ। ਆਨ ਗਨ ਚੜੀ ਉਪਾਏ ਨੇ ਆਗੇ। ਅਣਗਿਣਤ ਸਤਿਗੁਰਾਂ ਅੱਗੇ ਭੇਟਾ ਚੜੀਆਂ ਹਨ। ਨੌਬਤ ਖਾਨਾ ਬਜ ਹੈ ਲਾਗੇ। ਨੌਬਤ ਖਾਨਾ ਨਗਾਰੇ ਕੋਲ ਜਿਹੜੇ ਆ ਉਹ ਵੱਜ ਰਹੇ ਨੇ। ਢਾਟੀ ਭਾਟ ਕਲਾਵਤ ਚਾਰਨ। ਜਿਹੜੇ ਢਾਡੀ ਹਨ, ਭੱਟ ਨੇ ਤੇ ਕਲਾਵਤ। ਕਲਾਵਤ ਜਿਹੜਾ ਹੈ ਉਹ ਭਾਵ ਜਿਵੇਂ ਭੱਟ, ਫਿਰ ਕਲਾਵਤ ਕਵਿਤਾਵਾਂ ਬਣਾਉਣ ਵਾਲੇ ਇਤਿਆਦਿਕ ਸਾਰੇ ਹੀ ਜਿੰਨੇ ਵੀ ਹਨ ਉਹ ਜਗ ਗੁਰ ਕੋ ਜਸ ਕਰੈ ਉਚਾਰਨ। ਉਹ ਜਗਤ ਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਸ ਉਚਾਰਨ ਕਰਦੇ ਹਨ। ਸਭ ਸਿੱਖ ਮਨੋ ਕਾਮਨਾ ਪਾਏ। ਤੇ ਸਾਰੇ ਸਿੱਖ ਮਨੋ ਕਾਮਨਾ ਸਤਿਗੁਰੂ ਕੋਲੋਂ ਪਾਉਂਦੇ ਹਨ। ਜੈ ਜੈਕਾਰ ਊਚ ਗੁਰ ਗਾਏ। ਗੁਰੂ ਸਾਹਿਬ ਦੀ ਉੱਚੀ ਉੱਚੀ ਜੈ ਜੈਕਾਰ ਗਾਉਂਦੇ ਹਨ। ਅਸ ਬਿਦ ਤਖਤ ਗੁਰੂ ਸ਼ੁਭ ਰਾਜੇ। ਇਸ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਜੀ ਸ਼ੁਭ ਤਖਤ ਉੱਤੇ ਬਿਰਾਜਮਾਨ ਹੋਏ। ਦੁਸ਼ਟ ਖਪਾਵਨ ਸਾਜਨ ਸਾਜੇ। ਇਸ ਤਰ੍ਹਾਂ ਭਾਈ ਦੁਸ਼ਟਾਂ ਨੂੰ ਖਪਾਉਣ ਵਾਸਤੇ ਜਿਹੜੇ ਸਾਜਨ ਨੇ ਉਹਨਾਂ ਨੂੰ ਸਾਜਣ ਦੇ ਵਾਸਤੇ ਮਹਾਰਾਜ ਤਖਤ ਪਰ ਬੈਠ ਗਏ। ਇਹ ਤਾਂ ਸ੍ਰੀ ਗੁਰਪੁਰਬ ਪ੍ਰਕਾਸ਼ ਗ੍ਰੰਥੇ ਪੰਚਮ ਮਹੱਲੇ ਜੋ ਇਹ ਸ੍ਰੀ ਗੁਰਪੁਰਬ ਪ੍ਰਕਾਸ਼ ਗ੍ਰੰਥ ਹੈ, ਇੱਥੇ ਤੱਕ ਜੋ ਪੰਚਮ ਮਹੱਲੇ ਇੱਥੇ ਲਿਖ ਦਿੱਤਾ, ਪਰ ਛਠਮ ਮਹੱਲੇ ਸ਼ਬਦ ਸਹੀ ਹੈ, ਛਪਣ ਵਿੱਚ ਗਲਤੀ ਹੈ। ਇਹ ਭਾਈ ਛੇਵੇਂ ਮਹੱਲੇ ਦੀ ਕਥਾ ਹੈ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਅਕਾਲ ਤਖਤ ਪੈ ਪ੍ਰਕਾਸ਼ ਪ੍ਰਸੰਗ ਵਰਣਨ। ਗੁਰੂ ਹਰਗੋਬਿੰਦ ਸਾਹਿਬ ਜੀ ਅਕਾਲ ਤਖਤ ਪ੍ਰਕਾਸ਼ ਕੀਤਾ, ਤਖਤ ਤੇ ਬੈਠੇ, ਉਹ ਪ੍ਰਸੰਗ ਵਰਣਨ ਕੀਤਾ। ਨਾਮ ਪ੍ਰਿਥਮਹਿ ਮੰਦਰੈ। ਇਹ ਛੇਵੇਂ ਮਹੱਲੇ ਦੇ ਪਹਿਲੇ ਘਰ ਦੀ ਇੱਥੇ ਤੱਕ ਕਥਾ ਹੈ। ਦੋਹਰਾ। ਸ੍ਰੀ ਗੁਰੂ ਹਰਗੋਬਿੰਦ ਜੀ ਬੈਠੇ ਤਖਤ ਅਕਾਲ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸ੍ਰੀ ਅਕਾਲ ਤਖਤ ਪਰ ਬਿਰਾਜੇ ਹਨ। ਸੁਖ ਦਾਤਾ ਧਰਮਹੀਨ ਕੈ ਨਿਤ ਨੇਮ ਇਸ ਢਾਲ। ਤੋ ਸੁੱਖਾਂ ਦੇ ਦਾਤੇ, ਧਰਮਹੀਨ, ਧਰਮ ਦੇ ਪਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਿਹੜਾ ਨਿਤ ਦੀ ਕਿਰਿਆ, ਨਿਤ ਦਾ ਨੇਮ ਹੈ, ਉਹ ਹੁਣ ਸੰਤ ਰੇਣ ਜੀ ਦੱਸਣ ਲੱਗੇ। ਭਾਈ ਇਸ ਤਰ੍ਹਾਂ ਹੈ। ਚੌਪਈ ਅੰਮ੍ਰਿਤ ਕਾਲ ਪ੍ਰਭੂ ਅਸ਼ਨਾਨ। ਅੰਮ੍ਰਿਤ ਵੇਲੇ ਪਰਮੇਸ਼ਰ ਸਤਿਗੁਰੂ ਉੱਠਦੇ, ਇਸ਼ਨਾਨ ਕਰਦੇ, ਲਾਏ ਸਮਾਧ ਧਿਆਨ ਨਿਜ ਠਾਨ। ਤੇ ਫਿਰ ਸਮਾਧੀ ਲਾ ਕੇ ਆਪਣੇ ਨਿਜ ਸਰੂਪ ਵਿੱਚ ਧਿਆਨ ਜੋੜਦੇ। ਜਬ ਹੋਵਤ ਦਿਨ ਕੀ ਅਰਣਾਈ। ਜਦੋਂ ਸਵੇਰ ਦਿਨ ਦੀ ਜਿਹੜੀ ਲਾਲੀ ਪੋਹ ਪਟਾਲਾ ਹੁੰਦਾ ਹੈ, ਬਸਤਰ ਸ਼ਸਤਰ ਗੁਰ ਲੇਹ ਸਜਾਈ। ਫਿਰ ਸੋਹਣੇ ਬਸਤਰ ਔਰ ਸ਼ਸਤਰ ਸਤਿਗੁਰੂ ਜੀ ਤਨ ਤੇ ਸਜਾ ਲੈਂਦੇ। ਸਿੱਖਨ ਜੁਤ ਹਰ ਮੰਦਰ ਆਵੇ। ਇਸ ਤੋਂ ਬਾਅਦ ਫਿਰ ਸਿੱਖਾਂ ਸਮੇਤ ਸ੍ਰੀ ਹਰਿਮੰਦਰ ਸਾਹਿਬ ਆਉਂਦੇ।
ਕਰੈ ਪ੍ਰਕਰਮਾ ਵਾਰ ਸੁਨਾਵੇ। ਤੇ ਪ੍ਰਕਰਮਾ ਕਰਦੇ ਆਸਾ ਦੀ ਵਾਰ ਜਿਹੜੀ ਹੈ, ਕੀਰਤਨ ਹੁੰਦਾ ਉਹ ਸੁਣਦੇ ਹਨ। ਗ੍ਰੰਥ ਸਾਹਿਬ ਕੀ ਲੇਹ ਆਵਾਜ਼। ਫਿਰ ਅਰਦਾਸ ਬੇਨਤੀ ਉਪਰੰਤ ਗੁਰੂ ਗ੍ਰੰਥ ਸਾਹਿਬ ਜੀ ਦਾ ਆਵਾਜ਼ਾ ਲਿਆ ਜਾਂਦਾ ਹੈ, ਭਾਵ ਮੁੱਖ ਵਾਕ ਹੁੰਦਾ ਹੈ। ਪੁਨਹ ਵਹਿਰ ਆਵਹਿ ਸੁਖ ਸਾਜ। ਉਸ ਤੋਂ ਉਪਰੰਤ ਭਾਈ ਸੁੱਖਾਂ ਨੂੰ ਸਾਜਣ ਵਾਲੇ ਮਹਾਰਾਜ ਬਾਹਰ ਆਉਂਦੇ। ਤਖਤ ਅਕਾਲ ਬੈਠ ਛਬ ਪਾਵੇ। ਤੇ ਫੇਰ ਆ ਕੇ ਅਕਾਲ ਤਖਤ ਸਾਹਿਬ ਤੇ ਬਿਰਾਜਮਾਨ ਹੋ ਕੇ ਛਬ ਸੋਭਾ ਪਾਉਂਦੇ ਨੇ। ਰਾਗੀ ਸ਼ਬਦ ਅਨਕ ਬਿਧ ਗਾਵੇ। ਰਾਗੀ ਜਨ ਅਨੇਕਾਂ ਤਰ੍ਹਾਂ ਦੇ ਸ਼ਬਦ ਗਾਉਂਦੇ ਹਨ। ਭੋਗ ਪਵੈ ਦੇਵੈ ਉਪਦੇਸ਼। ਫਿਰ ਭੋਗ ਪੈ ਜਾਂਦਾ ਤੇ ਉਸ ਤੋਂ ਬਾਅਦ ਸਤਿਗੁਰੂ ਜੀ ਉਪਦੇਸ਼ ਦਿੰਦੇ, ਆਪ ਕਥਾ ਸੁਣਾਉਂਦੇ। ਸੁਨੇ ਸਿੱਖ ਜਿਨ ਭਾਗ ਵਿਸ਼ੇਸ਼। ਜਿਨ੍ਹਾਂ ਦੇ ਭਾਈ ਚੰਗੇ ਵਿਸ਼ੇਸ਼ ਭਾਗੋ ਗੁਰਸਿੱਖ ਸਤਿਗੁਰੂ ਦਾ ਉਪਦੇਸ਼ ਸੁਣਦੇ। ਸਿੱਖ ਨਵੀਨ ਚਰਨਾ ਅੰਮ੍ਰਿਤ ਲੇਵੈ। ਉਸ ਤੋਂ ਬਾਅਦ ਫਿਰ ਆਵਾਜ਼ਾਂ ਪੈਂਦਾ, ਭਾਈ ਜਿਹੜੇ ਨਵੇਂ ਸਿੱਖ ਆ ਰਹੇ ਆ ਸਿੱਖੀ ਧਾਰਨ, ਉਹ ਆ ਜਾਓ। ਫਿਰ ਉਹ ਮਹਾਰਾਜ ਦਾ ਚਰਨਾ ਅੰਮ੍ਰਿਤ ਲੈ ਕੇ ਸਿੱਖ ਬਣਦੇ ਹਨ। ਗੁਰਮੁਖ ਹੋਏ ਭੇਟ ਗੁਰ ਦੇਵੈ। ਇਸ ਤਰ੍ਹਾਂ ਭਾਈ ਗੁਰੂ ਦੇ ਸਨਮੁਖ ਹੋ ਕੇ, ਗੁਰੂ ਦੇ ਬਣ ਕੇ ਸਤਿਗੁਰਾਂ ਨੂੰ ਭੇਟਾ ਰੱਖਦੇ ਨੇ। ਪੁਨ ਢਾਟੀ ਆਵਾਰ ਸੁਨਾਵੇ। ਉਸ ਤੋਂ ਬਾਅਦ ਫਿਰ ਢਾਡੀ ਆ ਜਾਂਦੇ ਐ ਤੇ ਉਹ ਆ ਕੇ ਪੁਰਾਤਨ ਇਤਿਹਾਸਕ ਘਟਨਾਵਾਂ ਜਿਹੜੀਆਂ ਜੰਗਾਂ ਯੁੱਧਾਂ ਦੀਆਂ ਵਾਰਾਂ ਨੇ ਉਹ ਸੁਣਾਉਂਦੇ ਹਨ। ਅਨਕ ਜੰਗ ਸੂਰਨ ਕੇ ਗਾਵੇ। ਅਨੇਕਾਂ ਸੂਰਮਿਆਂ ਨੇ ਕਿਵੇਂ ਜੰਗ ਯੁੱਧ ਕੀਤੇ ਉਹ ਗਾਉਂਦੇ ਹਨ। ਸੁਨੈ ਸਿੱਖ ਵੀਰਤਾ ਜਾਗੇ। ਤੇ ਜਿਹੜੇ ਗੁਰਸਿੱਖ ਬੈਠ ਕੇ ਸੁਣਦੇ, ਸੁਣ ਕਰਕੇ ਭਾਈ ਉਹਨਾਂ ਦੇ ਅੰਦਰ ਵੀਰ ਰਸ ਜਾਗਦਾ ਹੈ। ਧਰਮ ਯੁੱਧ ਨਹਿ ਪ੍ਰੇਮ ਸੋ ਲਾਗੇ। ਇਸ ਤਰ੍ਹਾਂ ਧਰਮ ਯੁੱਧ ਦਾ ਚਾਅ ਜਾਗਦਾ, ਪ੍ਰੇਮ ਵਿੱਚ ਲੱਗਦੇ ਹਨ। ਲੰਗਰ ਤਿਆਰ ਹੋਏ ਤਬ ਜਾਵੇ। ਫਿਰ ਜਿਹੜਾ ਹੈ ਲੰਗਰ ਉਹ ਜਦੋਂ ਤਿਆਰ ਹੋ ਜਾਂਦਾ ਹੈ, ਸਭ ਸੰਗਤ ਪੰਗਤ ਅਚਵਾਵੇ। ਸਾਰੀਆਂ ਸੰਗਤਾਂ ਪੰਗਤਾਂ ਵਿੱਚ ਬੈਠ ਕੇ ਛਕਦੀਆਂ ਹਨ। ਆਪ ਆਏ ਸ੍ਰੀ ਮਾਤਾ ਪਾਸ। ਆਪ ਗੁਰੂ ਹਰਗੋਬਿੰਦ ਸਾਹਿਬ ਜੀ ਫਿਰ ਸਤਿਕਾਰਯੋਗ ਮਾਤਾ ਗੰਗਾ ਜੀ ਦੇ ਕੋਲ ਆ ਜਾਂਦੇ ਨੇ। ਛਕੈ ਪ੍ਰਸਾਦ ਥੇ ਰਹਿ ਆਵਾਸ। ਤੇ ਉੱਥੇ ਪ੍ਰਸ਼ਾਦ ਛਕ ਕੇ ਫਿਰ ਆਵਾਸ ਕਹੀਏ ਘਰ ਵਿੱਚ ਟਿਕ ਜਾਂਦੇ। ਸ਼ਸਤਰ ਉਤਾਰ ਥੇ ਰਹਿ ਪਰੇ ਅੰਕਾ। ਸ਼ਸਤਰ ਉਤਾਰ ਕਰਕੇ ਸਤਿਕਾਰ ਨਾਲ ਰੱਖ ਕੇ ਮਹਾਰਾਜ ਪਲੰਗ ਤੇ ਕੁਝ ਸਮਾਂ ਲੇਟਦੇ ਹਨ। ਚਾਰ ਘਟੀ ਸੁਖ ਮਹਿ ਅਕਲੰਕਾ। ਜੋ ਚਾਰ ਘੜੀਆਂ ਸੁੱਖਾਂ ਦੇ ਸਹਿਤ ਅਕਲੰਕਾ। ਆ ਤੇ ਕਲੰਕ ਭਾਵ ਜੋ ਸਤਿਗੁਰੂ ਕਲੰਕ ਤੋਂ ਰਹਿਤ ਹਨ। ਬਹੁਰ ਉਠੈ ਲੋਚਨ ਬਿਗਸਾਏ। ਫਿਰ ਕੁਝ ਸਮਾਂ ਚਾਰ ਘੜੀਆਂ ਆਰਾਮ ਕਰਨ ਤੋਂ ਬਾਅਦ ਸਤਿਗੁਰੂ ਜੀ ਉੱਠਦੇ ਨੇ, ਨੇਤਰ ਪ੍ਰਕਾਸ਼ ਕਰਦੇ ਖਿੜਦੇ ਹਨ। ਪੰਜ ਇਸ਼ਨਾਨ ਕਰ ਸ਼ਸਤਰ ਸਜਾਏ। ਪੰਜ ਇਸ਼ਨਾਨਾਂ ਕਰਦੇ ਐ ਤੇ ਸ਼ਸਤਰ ਸਜਾ ਲੈਂਦੇ ਨੇ। ਚੜ੍ਹ ਤੋ ਰੰਗ ਕਰ ਬਾਜ ਬਿਠਾਵੇ। ਫਿਰ ਭਾਈ ਘੋੜੇ ਤੇ ਸਵਾਰ ਹੁੰਦੇ, ਹੱਥ ਤੇ ਬਾਜ ਬਿਠਾ ਲੈਂਦੇ। ਸਿੱਖ ਸੰਗ ਲੈ ਅਖੀਰ ਕੋ ਜਾਵੇ। ਗੁਰਸਿੱਖਾਂ ਨੂੰ ਨਾਲ ਲੈ ਕੇ, ਅਖੀਰ ਨਾਮ ਹੁੰਦਾ ਸ਼ਿਕਾਰ ਦਾ, ਫਿਰ ਮਹਾਰਾਜ ਸ਼ਿਕਾਰ ਨੂੰ ਜਾਂਦੇ ਹਨ। ਕਬਹੂ ਨਿਸ਼ਾਨੇ ਤੁਪ ਕਨ ਮਾਰੈ। ਕਦੇ ਬੰਦੂਕਾਂ ਦੇ ਨਿਸ਼ਾਨੇ ਲਾਉਂਦੇ ਨੇ। ਧਨਕ ਬਾਨ ਕਬ ਲੱਛ ਪ੍ਰਹਾਰੈ।
ਤੇ ਕਦੇ ਗੁਰਮੁਖੋ ਬਾਣ ਜਿਹੜਾ ਹੈ ਨਿਸ਼ਾਨੇ ਤੀਰ ਕਮਾਨ ਲੈ ਕੇ ਉਹਦੇ ਨਿਸ਼ਾਨੇ ਲਾਉਂਦੇ ਨੇ। ਬਰਛਾ ਬਾਜੀ ਕਰੈ ਕਰਾਵੇ, ਕਦੇ ਬਰਛਾ ਬਾਜੀ ਤਲਵਾਰ ਬਾਜੀ ਬਰਛਾ ਬਾਜੀ ਭਾਵ ਅਭਿਆਸ ਕਰਦੇ ਹਨ। ਦੁਖਦਾਈ ਪਸ਼ੂਆਂ ਕੋ ਘਾਵੇ, ਉਹਨਾਂ ਸਮਿਆਂ ਵਿੱਚ ਗੁਰਮੁਖੋ ਸ਼ੇਰ ਵਗੈਰਾ ਬਹੁਤ ਜ਼ਿਆਦੇ ਹੁੰਦੇ ਸੀ, ਬਘਿਆੜ ਚੀਤੇ ਸ਼ੇਰ, ਤੇ ਉਹ ਫਿਰ ਜੰਗਲ ਬਹੁਤਾ ਹੁੰਦਾ ਸੀ, ਲੋਕਾਂ ਨੂੰ ਬਹੁਤ ਡਰ ਭੈ ਹੁੰਦਾ ਸੀ। ਇਸ ਕਰਕੇ ਜਿਹੜੇ ਦੁਖਦਾਈ ਪਸ਼ੂ ਹਨ ਉਹਨਾਂ ਨੂੰ ਫਿਰ ਮਹਾਰਾਜ ਘਾਵੇ ਮਾਰਦੇ ਹਨ। ਜਬ ਕਿਸ ਦਿਵਸ ਵਹਿਰ ਨਹਿ ਜਾਵੇ, ਜਦੋਂ ਕਿਸੇ ਦਿਨ ਮਹਾਰਾਜ ਬਾਹਰ ਨਹੀਂ ਜਾਂਦੇ। ਮਲ ਭੇਰ ਤਬ ਗੁਰ ਕਰਵਾਵੇ, ਉਸ ਦਿਨ ਮਹਾਰਾਜ ਕਹਿੰਦੇ ਭਾਈ ਮੱਲਾਂ ਦੇ ਭੇੜ ਹੋਣਗੇ, ਭਾਵ ਘੋਲ ਕਰਵਾਉਂਦੇ ਹਨ ਸਤਿਗੁਰੂ। ਦਿਨ ਥੋੜੇ ਆਹੇ ਤਖਤ ਅਕਾਲ, ਜਦੋਂ ਥੋੜਾ ਦਿਨ ਰਹਿ ਜਾਂਦਾ ਫਿਰ ਸ੍ਰੀ ਅਕਾਲ ਤਖਤ ਸਾਹਿਬ ਤੇ ਆ ਜਾਂਦੇ। ਲੱਗਹਿ ਦੀਵਾਨ ਅਦਕ ਕਿਰਪਾਲ, ਇਉਂ ਕਿਰਪਾਲੂ ਸਤਿਗੁਰੂ ਜੀ ਦਾ ਵੱਡਾ ਦੀਵਾਨ ਸਜਦਾ ਹੈ। ਸੋਦਰ ਚੌਂਕੀ ਸ਼ਬਦ ਸੁਨੰਤੇ, ਉਸ ਉਪਰੰਤ ਸੋਦਰ ਚੌਂਕੀ ਲੱਗਦੀ ਹੈ, ਸ਼ਬਦ ਗਾਇਨ ਹੁੰਦੇ ਨੇ। ਬਾਹਰ ਜਾਏ ਨਿਜ ਮਹਿਲ ਰਹੰਤੇ, ਤੇ ਫਿਰ ਰਾਤ ਹੁੰਦੀ ਹੈ, ਜਾ ਕੇ ਆਪਣੇ ਮਹਿਲਾਂ ਵਿੱਚ ਆਰਾਮ ਕਰਦੇ ਹਨ। ਜਾਮ ਗਏ ਜਾਮਨ ਸੁਪਤਾਵੇ, ਜਦੋਂ ਰਾਤ ਦਾ ਇੱਕ ਪਹਿਰ ਚਲਿਆ ਜਾਂਦਾ ਫਿਰ ਮਹਾਰਾਜ ਆਰਾਮ ਵਿੱਚ ਹੁੰਦੇ ਹਨ। ਰਹਿ ਜਾਮ ਉਠ ਸੋਚ ਨਹਾਵੇ, ਸਵਾ ਪਹਿਰ ਰਾਤ ਰਹਿੰਦੀ ਫਿਰ ਉੱਠ ਖੜਦੇ ਐ, ਸੋਚ ਕਿਰਿਆ ਕਰ ਇਸ਼ਨਾਨ ਕਰਦੇ ਹਨ। ਇਸ ਬਿਦ ਕਰ ਹੈ ਨਿਤ ਵਿਵਹਾਰੂ, ਇਸ ਤਰ੍ਹਾਂ ਦੇ ਨਾਲ ਜਿਹੜਾ ਆਮ ਤੌਰ ਤੇ ਰੋਜ਼ ਦਾ ਕਾਰ ਵਿਹਾਰ ਸੀ ਉਹ ਮਹਾਰਾਜ ਕਰਦੇ ਹਨ। ਨਿਤ ਪ੍ਰਤ ਹੋਵੇ ਪ੍ਰਤਾਪ ਸੁਚਾਰੂ, ਤੋ ਮਹਾਰਾਜ ਦਾ ਜਿਹੜਾ ਪ੍ਰਤਾਪ ਹੈ ਨਿਤਾ ਪ੍ਰਤੀ ਸਾਰੇ ਪਾਸੇ ਸੁੰਦਰ ਫੈਲ ਰਿਹਾ। ਮਾਝੇ ਦੁਆਬੇ ਦੇ ਸਮਝਾਰੀ, ਮਾਝੇ ਤੇ ਦੁਆਬੇ ਦੇਸ਼ ਦੇ ਵਿੱਚ ਸੁਧ ਪਸਰੀ ਸਤਿਗੁਰ ਕੀ ਸਾਰੀ, ਗੁਰੂ ਮਹਾਰਾਜ ਦੀ ਸਾਰੀ ਸ੍ਰੇਸ਼ਟ ਖਬਰਾਂ ਪਹੁੰਚ ਗਈਆਂ। ਭਏ ਸ਼ਸਤਰ ਧਾਰੀ ਬਲਕਾਰੀ, ਇਹ ਮਹਾਰਾਜ ਭਾਈ ਬਲ ਵਾਲੇ ਜੋ ਹਨ ਸ਼ਸਤਰ ਧਾਰੀ ਹੋ ਗਏ। ਸੈਨ ਸਕੀਲਨ ਕਰਤ ਉਚਾਰੀ, ਹੁਣ ਫੌਜ ਇਕੱਠੀ ਕਰਨ ਵਾਸਤੇ ਮਹਾਰਾਜ ਕਹਿੰਦੇ ਹਨ। ਸੁਨ ਦੋਨੋਂ ਦੇਸਨ ਨਰ ਬ੍ਰਿੰਦ, ਤਾਂ ਸੁਣ ਕੇ ਦੋਹਾਂ ਦੇਸ਼ਾਂ ਦੇ ਬੇਅੰਤ ਲੋਕ। ਧਾਰਿਓ ਮਨ ਮਹਿ ਅਧਿਕ ਆਨੰਦ, ਜਿਨ੍ਹਾਂ ਨੇ ਮਨ ਵਿੱਚ ਬਹੁਤ ਵੱਡਾ ਆਨੰਦ ਧਾਰਿਆ। ਇਕੱਠੇ ਹੋਏ 400 ਸੂਰ, ਇਸ ਤਰ੍ਹਾਂ ਭਾਈ 400 ਸੂਰਮਾ ਉਹ ਪਹਿਲੇ ਸਮੇਂ ਵਿੱਚ ਇਕੱਠਾ ਹੋ ਗਿਆ। ਹੇਤ ਜੀਵ ਕਾ ਆਏ ਹਜੂਰ, ਤੇ ਆਪਣੀ ਉਪਜੀਵਕਾ ਦੇ ਵਾਸਤੇ ਜਿਵੇਂ ਫੌਜ ਦੇ ਵਿੱਚ ਭਰਤੀ ਹੋ ਜਾਂਦੇ ਉਹਨਾਂ ਸਮਿਆਂ ਵਿੱਚ ਵੀ ਪਹਿਲਾਂ ਜਿਹੜੇ ਹੁੰਦੇ ਸੀ ਨਾ ਆਮ ਹੁੰਦਾ ਸੀ ਕੋਈ 20 ਕੋਈ 30 ਬੰਦਿਆਂ ਦੀ ਧਾਵੜੀ ਹੁੰਦੇ ਸਨ, ਧਾੜ ਵੀ ਕਹਿੰਦੇ। ਉਹ ਫਿਰ ਹੁੰਦਾ ਸੀ ਵੀ ਵੱਡੇ ਸ਼ਾਹੂਕਾਰਾਂ ਨੂੰ ਲੁੱਟ ਲੱਟ ਲੈਣਾ, ਗਰੀਬ ਦੀ ਮਦਦ ਕਰ ਲੈਣੀ, ਇਸ ਤਰ੍ਹਾਂ ਦਾ ਜਿਹੜਾ ਬਹੁਤਾ ਹੁੰਦਾ ਸੀ ਪਹਿਲਾਂ ਰਿਵਾਜ। ਮਾਲਵੇ ਵਿੱਚ ਵੀ ਬਹੁਤ ਰਿਹਾ। ਤੇ ਜਦੋਂ ਫਿਰ ਉਹਨਾਂ ਨੂੰ ਹੁੰਦਾ ਓਏ ਆਪਾਂ ਇਹ ਕੁਛ ਕਰੀ ਜਾਂਦੇ, ਚਲੋ ਮਹਾਰਾਜ ਕੋਲ ਹੀ ਚਲੋ ਭਰਤੀ ਹੋ ਜਾਓ, ਤੇ ਗੁਰੂ ਸਾਹਿਬ ਜੀ ਰੋਜ਼ੀਨਾ ਦੇ ਦਿੰਦੇ ਹੁੰਦੇ ਸੀ। ਨਾਲੇ ਤਾਂ ਹੁਣ ਉਧਰੋਂ ਦੂਏ ਪਾਸਿਓਂ ਧਾੜ ਜਿਹੜੀ ਹੈ ਉਹ ਖਤਮ ਹੋ ਜਾਣੀ, ਤੇ ਨਾਲੇ ਮਹਾਰਾਜ ਕੋਲ ਰਹਿਣਾ। ਫਿਰ ਬਹੁਤ ਜਿਹੜੇ ਆ ਉਹ ਗੁਰਸਿੱਖੀ ਵਿੱਚ ਆ ਜਾਂਦੇ ਸੀ। ਇਸ ਤਰ੍ਹਾਂ ਜਿਹੜਾ ਹੁੰਦਾ ਸੀ ਪੁਰਾਣੇ ਸਮਿਆਂ ਦੇ ਰੀਤੀ ਰਿਵਾਜ ਹੁੰਦੇ ਸੀ ਕਿ ਕੋਈ 100 ਜਾਣਾ ਲੈ ਕੇ ਆ ਗਿਆ, ਕੋਈ 50 ਲੈ ਕੇ ਆ ਗਿਆ, ਇੱਕ ਜਥੇਦਾਰ ਹੈ, ਬਾਕੀ ਨਾਲ ਹੁੰਦੇ ਸੀ। ਫਿਰ ਉਹਦੇ ਵਿੱਚ ਜਿਹੜਾ ਜਥੇਦਾਰ ਹੁੰਦਾ ਸੀ ਮੁਖੀ,
ਉਹਨੂੰ ਥੋੜਾ ਵੱਧ ਰੁਜੀਨਾ ਮਿਲਦਾ ਹੁੰਦਾ ਸੀ, ਦੂਜਿਆਂ ਨੂੰ ਘੱਟ। ਫਿਰ ਹੌਲੀ ਹੌਲੀ ਸ਼ਸਤਰ ਵੰਡਣੇ ਤੇ ਮਹਾਰਾਜ ਨੇ ਮਾਇਆ ਦੇ ਗੱਫੇ ਘੋੜੇ ਦੇਣੇ। ਕੋਈ ਸੁੰਦਰ ਆ ਜਾਣਾ ਜੀ ਤੇ ਪ੍ਰਸੰਨਤਾ ਹੋਣੀ, ਕਦੇ ਕਿਸੇ ਨੂੰ ਦੇਤਾ ਘੋੜਾ, ਕਦੇ ਕਿਸੇ ਨੂੰ। ਇਸ ਤਰ੍ਹਾਂ ਦਾ ਗੁਰੂ ਘਰ ਦੀ ਮਰਜ਼ਾਦਾ ਰਹੀ ਹੈ। ਤੇ ਸਤਿਗੁਰੂ ਸੱਚੇ ਪਾਤਸ਼ਾਹ ਹੇਤ ਜੀਵ ਕਾਏ ਹਜੂਰ, ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਆਪਣੀ ਉਪਜੀਵਕਾ ਵਾਸਤੇ ਆਏ ਹਨ। ਥਿਰੇ ਤਖਤ ਪਰ ਸਤਿਗੁਰ ਹੇਰੇ, ਗੁਰੂ ਮਹਾਰਾਜ ਜੀ ਤਖਤ ਤੇ ਬਿਰਾਜਮਾਨ ਹੋਏ ਵੇਖੇ। ਸਭ ਹਨ ਬੰਧਨ ਕਰ ਤਿਸ ਬੇਰੇ, ਤਾਂ ਸਾਰਿਆਂ ਨੇ ਆ ਕੇ ਉਸ ਵੇਲੇ ਮਹਾਰਾਜ ਨੂੰ ਵੰਦਨਾ ਕੀਤੀ। ਬੈਠੇ ਨਹੀਂ ਖੜੇ ਸਭ ਰਹੇ, ਉਹ ਬੈਠੇ ਨਹੀਂ ਹਨ, ਸਾਰੇ ਖੜੇ ਹੀ ਰਹੇ ਨੇ। ਪੇਖ ਸ੍ਰੀ ਹਰਿ ਗੋਬਿੰਦ ਬਚ ਕਹੇ, ਤਾਂ ਵੇਖ ਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਚਨ ਕਹੇ। ਅਹੈ ਕੌਣ ਇਨ ਬੂਝਨ ਕਰੋ, ਮਹਾਰਾਜ ਕਹਿੰਦੇ ਗੁਰਸਿੱਖੋ ਇਹ ਕੌਣ ਨੇ ਭਾਈ, ਇਹਨਾਂ ਨੂੰ ਪੁੱਛਣਾ ਕਰੋ। ਠਾਡੇ ਕੌਣ ਮਨੋਰਥ ਧਰੋ, ਇਹ ਕਿਹੜਾ ਮਨੋਰਥ ਧਾਰ ਕੇ ਇਉਂ ਖੜੇ ਹਨ। ਸੁਨਤ ਮੇਵੜੇ ਬੂਝੇ ਜਾਏ, ਤਾਂ ਮੇਵੜੇ ਗੁਰਸਿੱਖ ਨੇ ਜਾ ਕੇ ਪੁੱਛਿਆ ਹੈ। ਹਾਥ ਜੋਰ ਸੋ ਇਮ ਆਲਾਏ, ਤਾਂ ਉਹ 400 ਜਾਣੇ ਨੇ ਹੱਥ ਜੋੜੇ ਤੇ ਇਸ ਤਰ੍ਹਾਂ ਕਿਹਾ। ਸੁਣਿਓ ਸੋ ਜਸ ਸਤਿਗੁਰੂ ਕੇਰਾ, ਕਿ ਭਾਈ ਅਸੀਂ ਸਤਿਗੁਰੂ ਜੀ ਦਾ ਸ੍ਰੇਸ਼ਟ ਜਸ ਸੁਣਿਆ। ਭਏ ਸ਼ਸਤਰ ਧਾਰੀ ਇਸ ਬੇਰਾ, ਕਿ ਇਹ ਜਿਹੜਾ 6ਵਾਂ ਜਾਮਾ ਇਸ ਵੇਲੇ ਹੁਣ ਇਹ ਸ਼ਸਤਰ ਧਾਰੀ ਹੋਏ ਹਨ। ਕਰ ਹੈ ਧਰਮ ਯੁੱਧ ਆਖਾਰੇ, ਜਿਨ੍ਹਾਂ ਨੇ ਧਰਮ ਯੁੱਧ ਕਰਨੇ, ਜੰਗ ਕਰਨੇ ਹਨ। ਇਸ ਹੇਤ ਇਸੀ ਚੱਲ ਆਏ ਸਾਰੇ, ਅਸੀਂ ਵੀ ਇਸੇ ਵਾਸਤੇ ਹੀ ਚੱਲ ਕੇ ਆਏ ਹਾਂ। ਹਮ ਸਭ ਕੋ ਨਿਜ ਅਨੀ ਬਨਾਵੋ, ਕਿ ਸਾਨੂੰ ਸਾਰਿਆਂ ਨੂੰ ਮਹਾਰਾਜ ਜੀ ਆਪਣੀ ਫੌਜ ਬਣਾ ਲਓ। ਸ਼ਸਤਰ ਧਰਾਏ ਯੁੱਧ ਕਰਵਾਵੋ, ਤੇ ਸ਼ਸਤਰ ਧਾਰਨ ਕਰਾ ਕੇ ਸਾਤੋਂ ਵੀ ਯੁੱਧ ਕਰਵਾਵੋ। ਤਬ ਸਤਿਗੁਰ ਨੇ ਸਭ ਵਿਦ ਜਾਨੀ, ਤਾਂ ਸਤਿਗੁਰੂ ਨੇ ਸਭ ਤਰ੍ਹਾਂ ਕਰਕੇ ਜਾਣਿਆ। ਜਨਮ ਧਰਿਓ ਸੁਰਗਨ ਜਾਗਿਆਨੀ, ਕਿ ਤਾਂ ਭਾਈ ਸੁਰ ਦੇ ਬੇਅੰਤ ਦੇਵਤਿਆਂ ਨੇ ਆ ਕੇ ਜਨਮ ਲਿਆ ਹੋਇਆ ਹੈ। ਬ੍ਰਿੰਦ ਗ੍ਰਾਮਪੁਰ ਮਹਿ ਸਮਦਾਏ, ਜੋ ਬਹੁਤ ਪਿੰਡਾਂ ਦੇ ਵਿੱਚ ਸਾਰੇ ਦੇਵਤੇ ਹੀ ਆਏ। ਬਹੁ ਜਾਤਨ ਕੇ ਘਰ ਜਨਮ ਆਏ, ਜਿਹੜੇ ਬਹੁਤ ਜਾਤਾਂ ਦੇ ਫਿਰ ਘਰਾਂ ਦੇ ਵਿੱਚ ਉਹਨਾਂ ਜਨਮ ਲਿਆ। ਦਿਜ ਬਾਹਜ ਬਿਟ ਸੂਦਰਨ ਧਾਮੂ, ਜਿਹੜੇ ਕਿ ਕੋਈ ਦਵਿਜ ਕੋਈ ਬ੍ਰਾਹਮਣਾਂ ਦੇ ਘਰ ਜੰਮ ਪਿਆ, ਬਾਹਜ ਕੋਈ ਬਾਣੀਆਂ ਖੱਤਰੀਆਂ ਦੇ ਘਰ ਜੰਮਿਆ, ਕੋਈ ਬਿਟ ਭਾਵ ਜੱਟ ਜ਼ਿਮੀਂਦਾਰਾਂ ਦੇ ਘਰ, ਕੋਈ ਸ਼ੂਦਰਾਂ ਦੇ ਘਰ ਜਨਮ ਲੈ ਲਏ। ਲੀਨ ਸਜਨਮ ਹਮਾਰੇ ਕਾਮੂ, ਇਹ ਤਾਂ ਦੇਵਤਿਆਂ ਨੇ ਸਾਡਾ ਕੰਮ ਸਾਡੇ ਲਈ ਇੱਥੇ ਜਨਮ ਲਿਆ ਹੈ ਕਿ ਗੁਰੂ ਕਾ ਕਾਰਜ ਕਰਾਂਗੇ। ਸੋ ਅਬ ਸੁਧ ਕਰ ਸਭ ਚੱਲ ਆਏ, ਤੋ ਉਹ ਪਹਿਲਾਂ ਇਸ ਗੱਲ ਤੋਂ ਬੇਖਬਰ ਸੀ। ਹੁਣ ਜਦੋਂ ਸ਼ਸਤਰ ਧਾਰਨ ਕਰ ਲਏ, ਪ੍ਰੇਰਨਾ ਮਿਲ ਗਈ, ਉਹ ਸਾਰੇ ਫਿਰ ਖਬਰ ਕਰਕੇ ਚੱਲ ਕਰਕੇ ਆਏ ਹਨ। ਹਨ ਹੈ ਅਧਰਮੀ ਜੰਗ ਮਚਾਏ, ਜਿਹੜੇ ਅਧਰਮੀ ਲੋਕ ਦੁਸ਼ਟ ਲੋਕ ਆ ਉਹਨਾਂ ਨੂੰ ਜੰਗ ਕਰਕੇ ਮਾਰਨਾ, ਨਾਸ਼ ਕਰਨਾ ਹੈ। ਕਰਿਓ ਹੁਕਮ ਸਭ ਹਨ ਲੇਹੋ ਰਾਖ, ਤਾਂ ਮਹਾਰਾਜ ਨੇ ਗੁਰਸਿੱਖਾਂ ਨੂੰ ਹੁਕਮ ਕਰਤਾ ਕਿ ਇਹਨਾਂ ਸਭ ਨੂੰ ਭਰਤੀ ਕਰ ਲੋ। ਦੇਗ ਬਿਖੈ ਦੇਹੋ ਭੋਜਨ ਭਾਖ, ਇਹਨਾਂ ਨੂੰ ਕਹਿ ਦਿਓ ਕਿ ਲੰਗਰ ਵਿੱਚੋਂ ਭੋਜਨ ਛਕਿਆ ਕਰਨ। ਨਿਕਟ ਬੁਲਾਈ ਬਿਲੋਕਨ ਕਰੇ, ਸਤਿਗੁਰਾਂ ਨੇ ਕੋਲ ਬੁਲਾ ਕੇ ਸਭ ਨੂੰ ਵੇਖਿਆ ਹੈ। ਨਈ ਬੈਸ ਸਭ ਕੀ ਬਲ ਭਰੇ, ਕਿ ਨਵੀਂ ਉਮਰ ਜਵਾਨੀ ਚੜ੍ਹਦੀ, ਸਾਰੇ ਸਰੀਰ ਪੂਰਾ ਬਲ ਵਿੱਚ ਭਰੇ ਹੋਏ ਹਨ।
ਜਿਨ ਕੋ ਤੁਰਕ ਗਵਾਰ ਕਹੰਤੇ। ਤੇ ਜਿਨ੍ਹਾਂ ਨੂੰ ਤੁਰਕ ਜਿਹੜੇ ਸੀ ਜੱਟ ਬੂਟ ਗਵਾਰ ਕਹਿੰਦੇ ਸਨ, ਨਾਹੇ ਚਾਕਰੀ ਹੇਤ ਰਖੰਤੇ। ਨੌਕਰੀ ਵਾਸਤੇ ਨਹੀਂ ਸੀ ਰੱਖਦੇ ਹੁੰਦੇ, ਤੁਹਾਨੂੰ ਕੀ ਪਤਾ ਤੁਸੀਂ ਤਾਂ ਹਲ ਪੰਜਾਲੀ ਵਾਲੇ ਹੀ ਹੋ। ਸਭ ਸਤਿਗੁਰ ਨੇ ਰਾਖਨ ਕਰੇ। ਉਹ ਸਾਰੇ ਸਤਿਗੁਰਾਂ ਨੇ ਫੌਜ ਵਿੱਚ ਭਰਤੀ ਕਰ ਲਏ, ਰੱਖ ਲਏ। ਸ਼ਸਤਰ ਬਸਤਰ ਤੇ ਸੁਭਤਾ ਧਰੇ। ਇਸ ਤਰ੍ਹਾਂ ਸ਼ਸਤਰ ਬਸਤਰਾਂ ਨਾਲ ਸੋਭਨੀਕ ਹੋਏ, ਸਭ ਨੇ ਧਾਰਨ ਕਰ ਲਏ। ਰਹਿਣ ਲੱਗੇ ਸਤਿਗੁਰ ਕੇ ਤੀਰ। ਉਹ ਹੁਣ ਸਾਰੇ ਗੁਰੂ ਸਾਹਿਬ ਜੀ ਦੇ ਕੋਲ ਰਹਿਣ ਲੱਗੇ ਹਨ। ਆਯੁਧ ਵਿਦਿਆ ਨਿਤ ਕਰ ਵੀਰ। ਇਹ ਸੂਰਮੇ ਹੁਣ ਸ਼ਸਤਰ ਵਿਦਿਆ ਰੋਜ਼ ਅਭਿਆਸ ਕਰਦੇ ਹਨ। ਬਾਹਰੋ ਬਖਸ਼ੇ ਸਭਨ ਤੁਰੰਗ। ਫੇਰ ਮਹਾਰਾਜ ਨੇ ਸਾਰਿਆਂ ਨੂੰ ਘੋੜੇ ਬਖਸ਼ਿਸ਼ ਕਰ ਦਿੱਤੇ। ਭਏ ਤਿਆਰ ਹੇਤ ਸਭ ਜੰਗ। ਜੋ ਸਾਰੇ ਫਿਰ ਜੰਗ ਵਾਸਤੇ ਤਿਆਰ ਹੋ ਗਏ। ਇਮ ਦਿਨ ਪ੍ਰਤ ਗੁਰ ਸੈਨ ਸਕੇਰੇ। ਇਸ ਤਰ੍ਹਾਂ ਹੁਣ ਦਿਨਾਂ ਪ੍ਰਤੀ ਦਿਨ ਸਤਿਗੁਰੂ ਫੌਜ ਇਕੱਠੀ ਕਰਦੇ ਹਨ। ਵਧਿਓ ਸਮਾਜ ਅਦਕ ਬਿਨ ਦੇਰੇ। ਬਿਨਾਂ ਦੇਰੀ ਤੋਂ ਭਾਵ ਬਹੁਤ ਛੇਤੀ ਹੀ ਬਹੁਤ ਵੱਡਾ ਸਮਾਜ ਫੌਜਾਂ ਵੱਧ ਗਈਆਂ। ਸਕਰਾਂਤ ਮੇਖ ਕੀ ਬਾਹਰੋ ਆਈ। ਤਾਂ ਫਿਰ ਭਾਈ ਵਿਸਾਖ ਦੀ ਸੰਗਰਾਂਦ ਫਿਰ ਆ ਗਈ ਹੈ। ਚੌਹ ਦਿਸ ਤੇ ਸੰਗਤ ਉਮਡਾਈ। ਕਿਉਂਕਿ ਵਿਸਾਖੀ ਜਿਹੜੀ ਹੈ ਚੌਥੇ ਪਾਤਸ਼ਾਹ ਮਹਾਰਾਜ ਜੀ ਤੋਂ ਹੀ ਦਿਹਾੜਾ ਇੱਥੇ ਮਨਾਉਣਾ ਸ਼ੁਰੂ ਕਰਤਾ ਸੀ। ਪਹਿਲਾਂ ਜੋ ਸਭ ਤੋਂ ਪਹਿਲਾਂ ਵਿਸਾਖੀ ਗੋਇੰਦਵਾਲ ਸਾਹਿਬ ਦਿਹਾੜਾ ਮਨਾਉਣਾ ਸ਼ੁਰੂ ਕੀਤਾ। ਭਾਈ ਪਾਰੋ ਜੀ ਨੇ ਬੇਨਤੀ ਕੀਤੀ ਸੀ, ਡੱਲੇ ਨਿਵਾਸੀ ਨੇ, ਜਿਨ੍ਹਾਂ ਦੀ ਪੋਤਰੀ ਸੀ ਮਾਤਾ ਦਮੋਦਰੀ, ਜੋ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਵਿਆਹੇ। ਵੱਡੇ ਮਹਿਲ ਜਿਹੜੇ ਆ ਤੋ ਉਹ ਭਾਈ ਪਾਰੋ ਜੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਪ੍ਰੇਮ ਵਾਲੇ ਬ੍ਰਹਮ ਗਿਆਨੀ ਪੁਰਖ ਡੱਲੇ ਨਗਰ ਦੇ। ਉਹਨਾਂ ਕਿਹਾ ਸੀ, ਮਹਾਰਾਜ ਕੋਈ ਇੱਕ ਦਿਨ ਆਪਾਂ ਜੋੜ ਮੇਲਾ ਮਨਾਇਆ ਕਰੀਏ, ਸੰਗਤਾਂ ਇਕੱਠੀਆਂ ਹੋ ਜਾ ਕਰਨਗੀਆਂ, ਇੱਕ ਦੂਜੇ ਨਾਲ ਜਾਣ ਪਹਿਚਾਣ ਹੋਊ। ਤਾਂ ਫਿਰ ਉਸ ਦਿਨ ਤੋਂ ਵਿਸਾਖੀ ਜਿਹੜੀ ਸੀ ਇਹ ਗੁਰਮੁਖੋ ਇੱਕ ਸਮਾਜਿਕ ਦਿਹਾੜਾ ਸੀ, ਪਹਿਲਾਂ ਤੋਂ ਮਨਾਇਆ ਜਾਂਦਾ ਸੀ ਖੁਸ਼ੀਆਂ ਦੇ ਦੌਰ ਦਾ ਕਰਕੇ। ਮਹਾਰਾਜ ਨੇ ਇਹਨੂੰ ਗੁਰੂ ਘਰ ਵਿੱਚ ਮਨਾਉਣਾ ਸ਼ੁਰੂ ਕੀਤਾ ਜੋੜ ਮੇਲੇ ਦੇ ਰੂਪ ਵਿੱਚ। ਤੇ ਫਿਰ ਗੁਰੂ ਪਾਤਸ਼ਾਹ ਮਹਾਰਾਜ ਗੁਰੂ ਰਾਮਦਾਸ ਜੀ ਨੂੰ, ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਗੁਰਤਾ ਗੱਦੀ ਬਖਸ਼ਿਸ਼ ਕੀਤੀ, ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਗੁਰੂ ਰਾਮਦਾਸ ਸੋਢੀ ਤਿਲਕ ਦੀਆ, ਜੋ ਭਾਈ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਗੁਰੂ ਰਾਮਦਾਸ ਜੀ ਗੁਰਤਾ ਗੱਦੀ ਤੇ ਬਿਰਾਜਮਾਨ ਹੋ ਗਏ। ਤਾਂ ਸਮਾਂ ਪਾ ਕਰਕੇ ਫਿਰ ਇਹ ਜਦੋਂ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੋਤੀ ਜੋਤ ਸਮਾ ਗਏ, ਜੋ ਸਤਿਗੁਰੂ ਸੋਢੀ ਸ੍ਰਿਸ਼ਟ ਸਕਲ ਤਾਰਨ ਕੋ ਅਬ ਗੁਰ ਰਾਮਦਾਸ ਕੋ ਮਿਲੀ ਵਡਾਈ। ਤੇ ਜੋ ਅੱਜ ਹੈ ਦਿਨ ਭਾਦਰੋਂ ਸੁਦੀ ਤਰੋਦਸ਼ੀ, ਅੱਜ ਭਾਦਰੋਂ ਸੁਦੀ 13 ਹੈ ਨਾ, ਸੰਮਤ 1631 ਬਿਕਰਮੀ ਉਹ ਦਿਨ ਸੀ ਜਿੱਦਾਂ ਗੁਰੂ ਰਾਮਦਾਸ ਪਾਤਸ਼ਾਹ ਨੂੰ ਗੁਰਤਾ ਗੱਦੀ ਮਿਲੀ ਹੈ। ਅੱਜ ਉਹ ਪਾਵਨ ਦਿਹਾੜਾ ਗੁਰੂ ਰਾਮਦਾਸ ਮਹਾਰਾਜ ਜੀ ਦਾ ਗੁਰਤਾ ਗੱਦੀ ਦਿਹਾੜਾ ਹੈ, ਜੋ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਨੇ ਫਿਰ ਬਚਨ ਕਹੇ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੂਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਇਹ ਤਾਂ ਮਹਾਰਾਜ ਗੁਰੂ ਅਮਰਦਾਸ ਪਾਤਸ਼ਾਹ ਨੇ ਭਾਈ ਸਾਡੇ ਤੇ ਕਿਰਪਾ ਕੀਤੀ, ਜਿਹੜੇ ਕਿ ਭਾਵੇਂ ਗੁਰੂ ਘਰ ਦੇ ਜਵਾਈ ਸਨ, ਜੋ ਸਤਿਕਾਰਯੋਗ ਮਾਤਾ ਭਾਨੀ ਜੀ ਨੂੰ ਵਿਆਹੇ, ਤੇ ਪਰ ਕਦੇ ਵੀ ਉਹ ਰਿਸ਼ਤੇ ਵਾਲੀ ਭਾਵਨਾ ਨਹੀਂ ਲਿਆਂਦੀ, ਸਿੱਖ ਵਾਲੀ ਭਾਵਨਾ ਭੇਦ ਹੋਏ। ਤਾਂ ਐਸੀ ਕਿਰਪਾ ਕਿ ਚੌਥੇ ਮਾਲਕ ਬਣੇ ਸੋਢੀ ਕੁਲ ਦੇ ਅਵਿਤੰਸ਼, ਸੋਢੀ ਕੁਲ ਦੇ ਤੁਜਾ ਸਰੂਪ ਸਤਿਗੁਰੂ ਜੀ।
ਤੇ ਫਿਰ ਜਿਹੜੀ ਹੁਣ ਇਹ ਭਾਦਰੋਂ ਸੁਦੀ ਪੁੰਨਿਆ, ਭਾਵ ਇੱਕ ਦਿਨ 13 ਭਾਦਰੋਂ ਸੁਦੀ 13 ਨੂੰ ਗੁਰਤਾ ਗੱਦੀ ਬਖਸ਼ੀ, ਤੇ ਭਾਦਰੋਂ ਸੁਦੀ ਪੁੰਨਿਆ ਨੂੰ ਫਿਰ ਗੁਰੂ ਅਮਰਦਾਸ ਮਹਾਰਾਜ ਜੋਤੀ ਜੋਤ ਸਮਾ ਗਏ 1631 ਬਿਕਰਮੀ ਸੰਮਤ ਵਿੱਚ। ਤੇ ਉਸ ਦਿਨ ਤੋਂ ਫਿਰ ਜਿਹੜਾ ਗੋਇੰਦਵਾਲ ਸਾਹਿਬ ਦਿਹਾੜਾ ਇਹ ਮਨਾਉਣਾ ਸ਼ੁਰੂ ਕਰਤਾ ਸੀ। ਭਾਦਰੋਂ ਸੁਦੀ ਪੁੰਨਿਆਂ ਦਾ ਜਿਹੜਾ ਹੁਣ ਦਿਹਾੜਾ ਹੁੰਦਾ ਹੈ, ਬਹੁਤ ਵੱਡਾ ਜੋੜ ਮੇਲਾ ਗੋਇੰਦਵਾਲ ਸਾਹਿਬ ਹੁੰਦਾ। ਤੇ ਵਿਸਾਖੀ ਜਿਹੜੀ ਸੀ ਫਿਰ ਉਹ ਗੁਰੂ ਰਾਮਦਾਸ ਮਹਾਰਾਜ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਮਨਾਉਣੀ ਸ਼ੁਰੂ ਕਰ ਦਿੱਤੀ ਸੀ। ਤੋ ਇਸ ਤਰ੍ਹਾਂ ਕਰਕੇ ਕਹਿਣ ਦਾ ਭਾਵ ਹੈ ਕਿ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਨੇ ਉਹ ਫਿਰ ਦਿਨ ਜਿਹੜਾ ਸੀ, ਕਿਉਂਕਿ ਪਹਿਲਾਂ ਤੋਂ ਬੇਨਤੀ ਤਾਂ ਕੀਤੀ ਹੈ ਵੀ ਮਨਾਇਆ ਜਾਂਦਾ ਸੀ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਬਹੁਤ ਸੰਗਤਾਂ ਆਈਆਂ ਵਿਸਾਖ ਦੀ ਸੰਗਰਾਂਦ ਨੂੰ। ਤੇ ਇਹ ਫਿਰ ਦੇਖੋ ਖਾਲਸੇ ਦਾ ਜਿਹੜਾ ਹੈ ਸਾਜਨਾ ਦਿਵਸ ਵੀ ਬਣ ਗਿਆ, ਅੰਮ੍ਰਿਤ ਦਾ ਦਿਨ ਬਣਾਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ। ਇਹ ਹੋਵੇ ਕੀਰਤਨ ਸਦਾ ਵਸੋਆ, ਭਾਈ ਗੁਰਦਾਸ ਜੀ ਲਿਖਦੇ ਆ। ਇਹ ਕਿਉਂਕਿ ਬਹੁਤ ਸਦੀਆਂ ਤੋਂ ਜਿਹੜਾ ਸੀ ਵਿਸਾਖੀ ਦਾ ਦਿਨ, ਵਿਸਾਖ ਦੀ ਸੰਗਰਾਂਦ ਦਾ ਇਹ ਖੁਸ਼ੀ ਰੂਪ ਵਿੱਚ ਮਨਾਇਆ ਜਾਂਦਾ ਸੀ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਧੰਨ ਗੁਰੂ ਰਾਮਦਾਸ ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਹੀ, ਮਾਇਆ ਮੋਹ ਭਰਮ ਪੈ ਭੂਲੇ, ਸੁਤ ਦਾਰਾ ਸਿਉ ਪ੍ਰੀਤ ਲਗਾਈ, ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤੇਹ ਮਿਲੰਤ ਜਮ ਤਰਾਸ ਮਿਟਾਈ, ਇੱਕ ਅਰਦਾਸ ਭਾਟ ਕੀਰਤ ਕੀ, ਗੁਰ ਰਾਮਦਾਸ ਰਾਖੋ ਸਰਨਾਈ। ਤੋ ਅੱਜ ਦੇਖੋ ਇਤਿਹਾਸ ਵਿੱਚ ਕੁਦਰਤੀ ਗੱਲ ਲੜੀਵਾਰ ਇਤਿਹਾਸ ਹੀ ਆ ਗਈ ਕਿ ਉਹ ਭਾਈ ਅੱਜ ਪਾਵਨ ਦਿਹਾੜਾ ਹੈ ਜਿਸ ਦਿਨ ਗੁਰੂ ਰਾਮਦਾਸ ਮਹਾਰਾਜ ਜੀ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ। ਤੋ ਫਿਰ ਇਹ ਦਿਨ ਜਿਹੜੇ ਆ ਉਹ ਤਾਂ ਗੱਲ ਆ ਗਈ ਵੀ ਦਿਨ ਫਿਰ ਇੱਥੇ ਭਾਦਰੋਂ ਸੁਦੀ ਪੁੰਨਿਆਂ ਦਾ ਗੋਇੰਦਵਾਲ ਸਾਹਿਬ ਤੇ ਵਿਸਾਖੀ ਅੰਮ੍ਰਿਤਸਰ ਸਾਹਿਬ। ਫਿਰ ਸਮਾਂ ਪਾ ਕੇ 6ਵੇਂ ਪਾਤਸ਼ਾਹ ਦੇ ਸਮੇਂ ਫਿਰ ਬਹੁਤਾ ਜਦੋਂ ਸੰਗਤ ਦਾ ਵਾਧਾ ਹੋਇਆ, ਗੁਰੂ ਅਰਜਨ ਦੇਵ ਮਹਾਰਾਜ ਦੇ ਸਮੇਂ ਤੋਂ ਹੀ ਦੀਵਾਲੀ ਵੀ ਨਾਲ ਜੋੜ ਮੇਲਾ ਮਨਾਉਣਾ ਸ਼ੁਰੂ ਕਰਤਾ। ਪਹਿਲਾਂ ਸਾਲ 'ਚ ਇੱਕ ਹੁੰਦਾ ਸੀ, ਫਿਰ ਸਾਲ ਵਿੱਚ 2 ਹੋ ਗਏ, ਲਗਭਗ 6 ਮਹੀਨੇ ਦੇ ਫਰਕ ਨਾਲ ਦਿਨ ਆ ਜਾਂਦਾ ਦੀਵਾਲੀ ਤੇ ਵਿਸਾਖੀ ਦਾ। ਇਹ 2 ਵੱਡੇ ਜੋੜ ਮੇਲੇ ਗੁਰੂ ਘਰ ਦੇ ਵਿੱਚ ਪਹਿਲਾਂ ਤੋਂ ਮਨਾਏ ਜਾਂਦੇ ਹਨ। ਉਸ ਸਮੇਂ ਸਕਰਾਂਤ ਮੇਖ ਕੀ ਬਾਹਰੋਂ ਆਈ, ਫਿਰ ਭਾਈ ਜੋ ਵਿਸਾਖ ਦੀ ਸੰਗਰਾਂਦ ਆ ਗਈ, ਚਾਹੋ ਦਿਸ ਤੇ ਸੰਗਤ ਉਮੜਾਈ, ਚਾਰੇ ਦਿਸ਼ਾਵਾਂ ਤੋਂ ਸੰਗਤਾਂ ਉਮੜ ਕੇ ਪਹੁੰਚੀਆਂ ਹਨ। ਮੱਜਨ ਕਰੈ ਸੁਧਾ ਸਰ ਮੇਲੇ, ਇਹ ਅੰਮ੍ਰਿਤਸਰ ਦਾ ਜੋੜ ਮੇਲਾ ਹੋਇਆ। ਮੱਜਨ ਕਰਦੇ ਅੰਮ੍ਰਿਤਸਰ ਵਿੱਚ, ਖਾਸਟਮ ਸਤਿਗੁਰ ਪਿਖੈ ਸੁਹੇਲੇ। ਫਿਰ ਭਾਈ 6ਵੇਂ ਮਹਾਰਾਜ ਸਤਿਗੁਰੂ ਜੀ ਦੇ ਦਰਸ਼ਨ ਕਰਦੇ, ਬਾਜੀ ਸ਼ਸਤਰ ਭੇਟ ਲੈ ਹਰਖਤ, ਤੇ ਘੋੜੇ ਔਰ ਸ਼ਸਤਰ ਜਿਹੜੇ ਉਹ ਭੇਟਾ ਕਰਦੇ ਪ੍ਰਸੰਨਤਾ ਲੈਂਦੇ ਹਨ। ਜਾਂ ਤੇ ਲਿਆਵਤ ਨੀਕੇ ਪਰਖਤ, ਇਸ ਕਰਕੇ ਚੰਗੇ ਪਰਖ ਕੇ ਸੰਗਤਾਂ ਸ਼ਸਤਰ ਔਰ ਘੋੜੇ ਲੈ ਕੇ ਆਉਂਦੀਆਂ। ਗਾਨ ਮਸੰਦ ਸੰਗਤ ਸੰਗ ਲੀਏ, ਬਹੁਤ ਮਸੰਦ ਹੈ ਜੋ ਸੰਗਤਾਂ ਨੂੰ ਨਾਲ ਲੈ ਕੇ। ਬੰਦਨ ਕਰੈ ਦਰਸ ਚਿਤ ਦੀਏ, ਚਿੱਤ ਦੇ ਕਰਕੇ ਸਤਿਗੁਰੂ ਨੂੰ ਬੰਦਨਾ ਕਰਦੇ ਦਰਸ਼ਨ ਕਰਦੇ ਹਨ। ਸ਼ਸਤਰ ਤੁਰੰਗ ਬ੍ਰਿੰਦ ਅਰ ਪਾਵੈ, ਸ਼ਸਤਰ ਤੇ ਘੋੜੇ ਜੋ ਹਨ ਉਹ ਬਹੁਤ ਅਰਪਣ ਕਰਦੇ ਹਨ। ਮਨੋ ਕਾਮਨਾ ਗੁਰ ਤੇ ਪਾਵੈ, ਸਤਿਗੁਰੂ ਤੋਂ ਮਨੋ ਕਾਮਨਾ ਪ੍ਰਾਪਤ ਕਰਦੇ ਨੇ। ਕਿਤਕ ਕਾਲ ਇਸ ਭਾਂਤ ਬਿਤਾਇਓ, ਕੁਝ ਕੁ ਸਮਾਂ ਇਸ ਤਰ੍ਹਾਂ ਲੰਘਿਆ ਹੈ। ਪੁਨਹ ਗੁਰੂ ਇੱਕ ਦੁਰਗ ਰਚਾਇਓ, ਫਿਰ ਸਤਿਗੁਰਾਂ ਨੇ ਸ੍ਰੀ ਅੰਮ੍ਰਿਤਸਰ ਦੇ ਵਿੱਚ ਇੱਕ ਕਿਲਾ ਬਣਾਇਆ।
ਲੋਹਗੜ੍ਹ ਤਿਸ ਕੋ ਨਾਮ ਉਚਾਰਾ। ਉਸ ਕਿਲੇ ਦਾ ਨਾਮ ਲੋਹਗੜ੍ਹ ਰੱਖਿਆ ਹੈ। ਤਿਸ ਮਹਿ ਜੁੱਧ ਸਮਾਜ ਬਹੁ ਡਾਰਾ। ਉਹਦੇ ਵਿੱਚ ਜੰਗ ਜੁੱਧਾਂ ਦਾ ਸਮਾਨ ਬਹੁਤ ਇਕੱਠਾ ਕੀਤਾ ਹੈ। ਸੈਨਾ ਯਦਕ ਭਈ ਗੁਰ ਪਾਸ। ਸਤਿਗੁਰੂ ਕੋਲੇ ਬਹੁਤ ਵੱਡੀ ਫੌਜ ਹੋ ਗਈ। ਚਾਹੋ ਦਿਸ ਤੇ ਧਨ ਆਵੈ ਰਾਸ। ਚਾਰੇ ਦਿਸ਼ਾਵਾਂ ਤੋਂ ਬੇਅੰਤ ਧਨ ਆ ਰਿਹਾ ਹੈ। ਸ੍ਰੀ ਅੰਮ੍ਰਿਤਸਰ ਗਿਰਦ ਪਨਾਹ। ਤੋ ਸ੍ਰੀ ਅੰਮ੍ਰਿਤਸਰ ਦੇ ਆਲੇ ਦੁਆਲੇ ਸਾਰੇ ਪਾਸੇ ਕਰੀ ਬਹੁਤ ਸੁੰਦਰ ਸੁਖਦਾਹ। ਤੋ ਰਾਮ ਦੇ ਵਾਸਤੇ ਬਹੁਤ ਸੁੰਦਰ ਸੁਖਦਾਹਾਂ ਭਾਵ ਸਰਾਵਾਂ ਰਚੀਆਂ ਗਈਆਂ। ਗੁਰ ਜਸ ਪਸਰਿਓ ਸੂਰਜ ਨਿਆਈ। ਤੇ ਗੁਰੂ ਸਾਹਿਬ ਦਾ ਜਿਹੜਾ ਜਸ ਹੈ ਜਿਵੇਂ ਸੂਰਜ ਦੀ ਰੋਸ਼ਨੀ ਸਾਰੇ ਪਸਰਦਿਆਂ ਪਸਰਿਆ ਹੈ। ਝਗਰੇ ਅਨਕ ਆਨ ਗੁਰ ਪਾਈ। ਤੋ ਅਨੇਕਾਂ ਜਿਹੜੇ ਝਗੜੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਤੇ ਉਸ ਸਮੇਂ ਪਾਏ ਗਏ। ਤੀਸਰ ਪਹਿਰ ਦੀਵਾਨ ਮਝਾਰੇ। ਜਾਂ ਦੂਜਾ ਇਹਦਾ ਭਾਵ ਇਹ ਝਗੜੇ ਅਨਕ ਆਨ ਗੁਰ ਪਾਈ। ਬਹੁਤ ਸਤਿਗੁਰੂ ਜਦੋਂ ਤਖਤ ਜਿਵੇਂ ਰਾਜੇ ਮਹਾਰਾਜਿਆਂ ਕੋਲੇ ਲੋਕ ਪੇਸ਼ ਹੋ ਕੇ ਆਪਣੇ ਫੈਸਲੇ ਕਰਾਉਂਦੇ ਨੇ ਤਾਂ ਬਹੁਤ ਝਗੜਿਆਂ ਵਾਲੇ ਲੋਕ ਆ ਕੇ ਵੀ ਚਲੋ ਮਹਾਰਾਜ ਕੋਲੇ ਫੈਸਲਾ ਕਰਾਉਨੇ ਆ। ਅਨੇਕਾਂ ਝਗੜਿਆਂ ਕਰਨ ਵਾਲੇ ਕੋਈ ਲੜਾਈ ਝਗੜਾ ਹੋ ਜਾਂਦਾ ਸੀ ਸਤਿਗੁਰੂ ਦੇ ਚਰਨੀ ਆਉਂਦੇ। ਤੀਸਰ ਪਹਿਰ ਦੀਵਾਨ ਮਝਾਰੇ। ਤਾਂ ਤੀਜੇ ਪਹਿਰ ਦੀਵਾਨ ਦੇ ਵਿੱਚ ਕਰੈ ਨਬੇਰਨ ਸਤਿਗੁਰ ਸਾਰੇ। ਸਤਿਗੁਰੂ ਜੀ ਉਹ ਸਾਰੇ ਝਗੜੇ ਨਿਬੇੜ ਦਿੰਦੇ ਸਨ। ਨਿਆਉ ਸਾਚ ਜਬ ਗੁਰ ਢਿਗ ਹੋਏ। ਜਦੋਂ ਫਿਰ ਸੱਚਾ ਨਿਆਂ ਗੁਰੂ ਸਾਹਿਬ ਦੇ ਕੋਲ ਹੋ ਜਾਂਦਾ ਕਹੈ ਸਾਚ ਪਤਸ਼ਾਹੇ ਸੁਲੋਏ। ਫਿਰ ਲੋਕੀ ਸੱਚਾ ਪਾਤਸ਼ਾਹ ਕਹਿਣ ਲੱਗ ਪਏ। ਨਹਿ ਜਾਵੇ ਨਰ ਤੁਰਕਨ ਪਾਸ। ਲੋਕ ਜਿਹੜੇ ਸਾਨੂੰ ਫਿਰ ਤੁਰਕ ਰਾਜਿਆਂ ਕੋਲ ਨਹੀਂ ਸੀ ਜਾਂਦੇ ਆਪਣੇ ਝਗੜੇ ਨਿਬੇੜਨ ਲਈ। ਆਏ ਪੁਕਾਰੇ ਗੁਰ ਢਿਗ ਰਾਸ। ਗੁਰੂ ਸਾਹਿਬ ਦੇ ਕੋਲ ਆ ਕੇ ਪੁਕਾਰਾਂ ਕਰਦੇ ਸੀ। ਭਈ ਸਾਤ ਸਭ ਦੇਸ਼ ਮਝਾਰੇ। ਸਾਰੇ ਦੇਸ਼ ਵਿੱਚ ਮਾਝੇ ਦੁਆਬੇ ਸ਼ਾਂਤੀ ਹੋ ਗਈ। ਪਾਪੀ ਪਾਪ ਕਰਨ ਤੇ ਹਾਰੇ। ਕਿਉਂਕਿ ਭੈ ਸੀ ਸਤਿਗੁਰਾਂ ਦਾ ਸ਼ਸਤਰ ਬਸਤਰ ਹੋ ਕੇ ਸਿੱਖ ਰਹਿੰਦੇ ਤਾਂ ਜਿਹੜੇ ਪਾਪੀ ਸਨ ਹੁਣ ਉਹ ਪਾਪ ਕਰਨ ਤੋਂ ਵੀ ਹਾਰੇ ਭਾਵ ਥੱਕ ਗਏ ਬੰਦ ਹੋ ਗਏ। ਬਿਨਾ ਤਰਾਸ ਤੇ ਭਗਤ ਸੋ ਹੋਏ। ਗੁਰੂ ਸਾਹਿਬ ਦੇ ਚਰਨਾਂ 'ਚ ਬਿਨਾ ਕਿਸੇ ਡਰ ਭੈ ਤੋਂ ਆ ਕੇ ਬਹੁਤ ਪਾਪੀ ਤਾਂ ਗੁਰੂ ਕੇ ਭਗਤੀ ਬਣ ਗਏ। ਜਪੈ ਨਾਮ ਨਿਸਬਾਸੁਰ ਸੋਏ। ਉਹ ਦਿਨ ਰਾਤ ਪਰਮੇਸ਼ਰ ਦਾ ਨਾਮ ਜਪਣ ਲੱਗ ਪਏ। ਇੱਕ ਬਾਸੁਰ ਗੁਰ ਐਸ ਵਿਚਾਰਾ। ਇੱਕ ਵਾਰੀ ਸਤਿਗੁਰੂ ਨੇ ਫਿਰ ਇੱਕ ਦਿਨ ਇਹ ਵਿਚਾਰ ਕੀਤੀ। ਗਵਾਲੀਅਰ ਕੇ ਦੁਰਗ ਮਝਾਰਾ। ਕਿ ਗਵਾਲੀਅਰ ਦੇ ਕਿਲੇ ਦੇ ਵਿੱਚ ਜਹਾਂਗੀਰ ਤਹਿ ਨ੍ਰਿਪ ਬਹੁ ਬਾਧੇ। ਜਿੱਥੇ ਜਹਾਂਗੀਰ ਨੇ ਬਹੁਤ ਰਾਜਿਆਂ ਨੂੰ ਬੰਨ੍ਹ ਕੇ ਰੱਖਿਆ ਹੈ। ਵੱਡੇ ਵੱਡੇ ਥੰਮਲਿਆਂ ਨਾਲ ਸੰਗਲ ਲਾ ਕੇ ਬੰਨੇ ਹੋਏ ਸੀ। ਤਿਨਹਿ ਛੁਡਾਵਹਿ ਚੰਦੂ ਸਾਧੇ। ਨਾਲੇ ਤਾਂ ਉਹਨਾਂ ਨੂੰ ਛਡਾਈਏ ਨਾਲੇ ਹੁਣ ਚੰਦੂ ਨੂੰ ਸਾਧੀਏ। ਤਾਂ ਤੇ ਉਸ ਦਿਨ ਜਾਨੋ ਬਨੈ। ਤਾਂ ਤੇ ਭਾਈ ਹੁਣ ਉਸ ਦਿਸ ਉਸ ਪਾਸੇ ਨੂੰ ਜਾਣਾ ਬਣਦਾ ਹੈ। ਅਸ ਵਿਚਾਰ ਸਤਿਗੁਰ ਕੀਏ ਮਨੈ। ਇਸ ਤਰ੍ਹਾਂ ਦੀ ਵਿਚਾਰ ਸਤਿਗੁਰੂ ਨੇ ਮਨ ਵਿੱਚ ਕੀਤੀ। ਦੁਸ਼ਟ ਪ੍ਰਹਾਰਨ ਸੰਤ ਉਬਾਰਨ। ਦੁਸ਼ਟਾਂ ਦਾ ਪ੍ਰਹਾਰ ਨਾਸ਼ ਕਰਨ ਲਈ ਸੰਤ ਪੁਰਸ਼ਾਂ ਨੂੰ ਬਚਾਉਣ ਦੇ ਵਾਸਤੇ ਆਏ ਜਗਤ ਪਰ ਇਨ ਜੁਗ ਕਾਰਨ। ਇਹ ਦੋ ਕਾਰਨਾਂ ਕਰਕੇ ਹੀ ਸਤਿਗੁਰੂ ਆਪ ਜਗਤ ਤੇ ਭਾਈ ਆਏ ਹਨ। ਇਹ ਸ੍ਰੀ ਗੁਰਪੁਰਬ ਪ੍ਰਕਾਸ਼ ਗ੍ਰੰਥ ਹੈ। ਇੱਥੇ ਤੱਕ ਜੋ ਸ੍ਰੀ ਗੁਰਪੁਰਬ ਪ੍ਰਕਾਸ਼ ਗ੍ਰੰਥ ਛਠਮ ਮਹੱਲੇ
ਛੇਵੇਂ ਮਹੱਲੇ ਦੀ ਇਹ ਕਥਾ ਹੈ। ਸ੍ਰੀ ਗੁਰ ਨਿਤ ਆਚਰਣ ਰਾਜ ਸਾਜ ਪ੍ਰਸੰਗ ਵਰਣਨ। ਨਿਤ ਦਾ ਆਚਰਣ ਕੀ ਹੈ ਔਰ ਰਾਜ ਸਾਜ ਕਿਵੇਂ ਸਾਜਿਆ ਉਹ ਪ੍ਰਸੰਗ ਵਰਣਨ ਕੀਤਾ ਹੈ। ਗੁਰੂ ਪਾਤਸ਼ਾਹ ਦਾ ਨਾਮ ਦੁਤੀਓ ਮੰਦਰ ਹੈ। ਇਹ ਜੋ ਹੈ ਛੇਵੇਂ ਮਹੱਲੇ ਦੇ ਦੂਜੇ ਘਰ ਦੀ ਇੱਥੇ ਤੱਕ ਕਥਾ ਹੋਈ। ਹੁਣ ਟਾਈਮ ਹੋ ਗਿਆ ਹੈ। ਸਰਬੱਤ ਮਾਈ ਭਾਈ ਉਚਾਰਨ ਕਰੋ ਜੀ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਉਤਰੇ ਪਾਰ। ਜੋ ਸਰਧਾ ਕਰ ਸੇਵ ਦੇ, ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।